ਸੁਮੀ ਰਾਧਾ ਸੁਮੀ ਦਿਆ ਕਰ। ਹਾਂਜੀ ਬਾਣੀ ਹਜ਼ੂਰ स्वामी जी महाराज सतगुर भगति बचन 18वां शब्द 5वां। सतगुर का नाम पुकारो, सतगुर को ਰਾਧਾ ਸੁਮੀ। ਇਹ ਬਾਣੀ ਹਜ਼ੂਰ ਸਵਾਮੀ ਜੀ ਮਹਾਰਾਜ ਜੀ ਦੀ ਹੈ। ਸਾਨੂੰ ਭਰੋਸੇ ਦੀ ਗੱਲ ਕਰ ਰਹੇ ਨੇ, ਪ੍ਰੀਤ ਦੀ ਗੱਲ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਸਤਿਗੁਰਾਂ 'ਤੇ ਭਰੋਸਾ ਕਰਨਾ ਹੈ। ਕਿਉਂਕਿ ਭਰੋਸੇ ਇਸ ਦੁਨੀਆ ਦੇ ਵਿੱਚ ਬੜੀਆਂ ਚੀਜ਼ਾਂ ਨਾਲ ਸਾਡੇ ਬੱਝੇ ਹੁੰਦੇ ਨੇ, ਪਰ ਅਸੀਂ ਆਪ ਦੇਖਦੇ ਹਾਂ ਕਿ ਹਰ ਇੱਕ ਭਰੋਸਾ ਜਿਹੜਾ ਇੱਥੇ ਟੁੱਟ ਜਾਂਦਾ ਹੈ। ਹਰ ਇੱਕ ਚੀਜ਼ ਦੀ ਇੱਕ ਲਿਮਟ ਹੈ। ਚਾਹੇ ਕੋਈ ਘਰ ਬਣਾਉਂਦਾ ਹੈ, ਕੋਈ ਹੋਰ ਕੋਈ ਬਿਲਡਿੰਗਾਂ ਖੜ੍ਹੀਆਂ ਕਰਦਾ ਹੈ, ਕੋਈ ਵੀ ਚੀਜ਼ ਬਣਾਉਂਦਾ ਹੈ, ਉਹਦੀ ਇੱਕ ਬੁਨਿਆਦ ਤੈਅ ਹੁੰਦੀ ਹੈ ਕਿ ਬਈ ਇਹਦੀ ਬੁਨਿਆਦ 100 ਸਾਲ ਹੈ, ਇਹਦੀ 200 ਸਾਲ ਹੈ, ਇਹਦੀ 400 ਸਾਲ ਹੈ। ਲੇਕਿਨ ਹਰ ਚੀਜ਼ ਇੱਕ ਟਾਈਮ ਤੋਂ ਬਾਅਦ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਪਰ ਜਿਸ ਨਾਮ ਦੀ ਸਤਿਗੁਰ ਗੱਲ ਕਰਦੇ ਨੇ ਉਹ ਕਦੀ ਵੀ ਟਹਿਣ ਵਾਲਾ ਨਹੀਂ, ਕਿ ਉਹਨਾਂ ਨੇ ਬਾਣੀ 'ਚ ਫਰਮਾਇਆ ਕਿ ਆਦਿ ਸੱਚ ਜੁਗਾਦ ਸੱਚ। ਉਹ ਪਹਿਲਾਂ ਵੀ ਸੱਚ ਸੀ, ਹੁਣ ਵੀ, ਅਗਾਂਹ ਵੀ ਉਹਨੇ ਹੀ ਰਹਿਣਾ ਹੈ। ਇਸ ਕਰਕੇ ਸਤਿਗੁਰ ਫਰਮਾਉਂਦੇ ਨੇ ਕਿ ਬਈ ਇਸੇ ਤਰ੍ਹਾਂ ਸਾਡੇ ਜ਼ਹਿਨ ਦੇ ਵਿੱਚ, ਦਿਮਾਗ ਦੇ ਵਿੱਚ ਬਹੁਤ ਸਾਰੇ ਨਾਮ ਹੁੰਦੇ ਨੇ ਕਿ ਜਦੋਂ ਸਾਨੂੰ ਕੋਈ ਮੁਸੀਬਤ ਆਉਂਦੀ ਹੈ, ਜਦੋਂ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪੈਂਦੀ ਹੈ ਤਾਂ ਸਾਡੇ ਦਿਮਾਗ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ, ਜਿਸ ਤਰ੍ਹਾਂ ਇੱਕ ਦਵਾਈਆਂ ਦੇ ਅਸੀਂ ਨਾਮ ਯਾਦ ਰੱਖੇ ਹੁੰਦੇ ਨੇ ਕਿ ਸਿਰ ਪੀੜ ਦੀ ਇਹ ਆ, ਪੇਟ ਦਰਦ ਦੀ ਆਹ ਦਵਾਈ ਹੈ। ਇਸੇ ਤਰ੍ਹਾਂ ਅਲੱਗ-ਅਲੱਗ ਭਰੋਸੇ ਸਾਡੇ ਬੱਝੇ ਹੁੰਦੇ ਨੇ ਕਿ ਆਹ ਕੰਮ ਪਏਗਾ ਅਤੇ ਫਲਾਣੇ ਕੋਲ ਜਾਵਾਂਗੇ, ਆਹ ਚੀਜ਼ ਹੋਏਗੀ ਅਤੇ ਫਲਾਣੇ ਕੋਲ ਜਾ ਕੇ ਪੁੱਛਾਂਗੇ, ਦੱਸਾਂਗੇ। ਲੇਕਿਨ ਸਤਿਗੁਰ ਫਰਮਾਉਂਦੇ ਨੇ ਕਿ ਠੀਕ ਹੈ, ਦੁਨੀਆ ਦੇ ਕਾਰਜ ਸਾਰੇ ਕਰਨੇ ਨੇ, ਪਰ ਮਨ ਦੇ ਵਿੱਚ ਵਿਸ਼ਵਾਸ ਭਰੋਸਾ ਇੱਕੋ ਹੀ ਹੋਵੇ। ਨਾਮ ਜਿਹੜਾ ਆ ਉਹ ਸਭ ਤੋਂ ਪਹਿਲਾਂ ਸਾਨੂੰ ਇੱਕ ਹੀ ਯਾਦ ਆਵੇ, ਕਿਉਂਕਿ ਉਹਦੇ ਹੀ ਭਰੋਸੇ ਨਾਲ, ਉਹਦੇ ਹੀ ਦਇਆ ਦੇ ਨਾਲ ਹੀ ਹਰ ਪਾਸੋਂ ਕੰਮ ਹੋਣੇ ਨੇ। ਕਿਉਂਕਿ ਫਰਮਾਉਂਦੇ ਨੇ ਕਿ ਜਾ ਪਰ ਕਿਰਪਾ ਰਾਮ ਕੀ ਹੋਈ, ਤਾਂ ਪਰ ਕਿਰਪਾ ਕਰੇ ਸਭ ਕੋਈ। ਇਸ ਕਰਕੇ ਸਭ ਤੋਂ ਪਹਿਲਾਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਸਾਨੂੰ ਕੋਈ ਦਿੱਕਤ ਆਉਂਦੀ ਹੈ ਜਾਂ ਕੋਈ ਪਰੇਸ਼ਾਨੀ ਆਉਂਦੀ ਹੈ, ਮਨ ਡਾਵਾਂਡੋਲ ਹੁੰਦਾ ਹੈ, ਅਤੇ ਇਹ ਇੱਧਰ ਉੱਧਰ ਜਾਣ ਤੋਂ ਪਹਿਲਾਂ ਸਤਿਗੁਰਾਂ ਦੇ ਅੱਗੇ ਅਰਜ਼ ਕਰੇ। ਇਸ ਕਰਕੇ ਫਰਮਾਇਆ ਹੈ ਕਿ ਸਤਿਗੁਰੂ ਕਾ ਨਾਮ ਪੁਕਾਰੋ, ਸਤਿਗੁਰੂ ਕੋ ਹੀਰੇ ਧਾਰੋ। ਹੁਣ ਇਹ ਜਿਹੜਾ ਬਚਨ ਕਿਹਾ ਕਿ ਸਤਿਗੁਰ ਕੋ ਹੀਰੇ ਧਾਰੋ, ਕਿਉਂਕਿ ਜ਼ੁਬਾਨ ਤੱਕ ਤਾਂ ਸਾਡੇ ਸਾਰਿਆਂ ਦਾ ਸੀਮਤ ਹੁੰਦਾ ਹੈ। ਅਸੀਂ ਸਾਰੇ ਹੀ ਕਿਤੇ ਨਾ ਕਿਤੇ ਉਸ ਨੂੰ ਪੁਕਾਰਦੇ ਹਾਂ, ਲੇਕਿਨ ਉਨੀ ਕੁ ਦੇਰ ਵਾਸਤੇ ਜਦੋਂ ਸਾਨੂੰ ਕੋਈ ਮੁਸੀਬਤ ਆਈ ਜਾਂ ਕੋਈ ਕਿਸੇ ਵੇਲੇ ਕੋਈ ਦਿੱਕਤ ਆਉਂਦੀ ਹੈ, ਸਾਨੂੰ ਨਾਮ ਯਾਦ ਆਉਂਦਾ, ਅਸੀਂ ਨਾਮ ਪੁਕਾਰ ਕਰਦੇ ਹਾਂ, ਉਸ ਤੋਂ ਬਾਅਦ ਥੋੜ੍ਹਾ ਜਿਹਾ ਠੀਕ ਹੁੰਦਾ ਤਾਂ ਮਨ ਫਿਰ ਉੱਥੇ ਚਲੇ ਜਾਂਦਾ ਹੈ। ਉਹਨੂੰ ਕਹਿੰਦੇ ਆ ਕਿ ਹਿਰਦੇ ਦੇ ਵਿੱਚ ਪੱਕਾ ਵਸਾ ਲਓ, ਕਿਉਂਕਿ ਜੇ ਉਹ ਨਾਮ ਹਿਰਦੇ 'ਚ ਵਸਿਆ ਰਹੇਗਾ ਤਾਂ ਉਹ ਹੋਰ ਕਿਸੇ ਚੀਜ਼ ਨੂੰ ਕੋਈ ਜਗ੍ਹਾ ਹੀ ਨਹੀਂ ਮਿਲੇਗੀ। ਕਿਸੇ ਚੀਜ਼ ਨੂੰ ਜਦੋਂ ਵੀ ਇਹ ਹਿਰਦਾ ਖਾਲੀ ਹੋਏਗਾ, ਕੋਈ ਨਾ ਕੋਈ ਚੀਜ਼ ਇਹਦੇ ਵਿੱਚ ਆਉਣੀ ਹੈ।
ਜੇ ਸਤਿਗੁਰਾਂ ਦਾ ਹੀ ਨਾਮ, ਉਹਦਾ ਹੀ ਖਿਆਲ ਹਰ ਵੇਲੇ ਹਿਰਦੇ 'ਚ ਚੱਲ ਰਿਹਾ ਹੈ, ਵਸ ਰਿਹਾ ਹੈ, ਤੇ ਫਿਰ ਬਈ ਹੋਰ ਕਿਸੇ ਚੀਜ਼ ਦੀ ਜਗ੍ਹਾ ਹੀ ਨਹੀਂ ਹੈਗੀ। ਉਹ ਕਹਿੰਦੇ ਏਕ ਮਿਆਨ ਮੇਂ ਦੋ ਖੜਗ ਦੇਖਾ ਸੁਨਾ ਨਾ ਕਾਨ, ਹੋਰ ਕੋਈ ਚੀਜ਼ ਆ ਹੀ ਨਹੀਂ ਸਕਦੀ। ਇਸ ਕਰਕੇ ਹਮੇਸ਼ਾ ਹੀ ਉਹਨਾਂ ਨੇ ਕਿਹਾ ਕਿ ਸਤਿਗੁਰਾਂ ਦਾ ਨਾਮ ਜਿਹੜਾ ਹੈ ਯਾਦ ਰੱਖੋ ਔਰ ਉਹਨੂੰ ਹਿਰਦੇ ਦੇ ਵਿੱਚ ਵਸਾ ਕੇ ਰੱਖੋ। ਜਦੋਂ ਵੀ ਕੋਈ ਪੁਕਾਰ ਕਰਨੀ ਹੈ, ਸਿਰਫ ਉੱਪਰੋਂ ਉੱਪਰੋਂ ਨਹੀਂ, क्योंकि स्वामी जी ने फरमाया है गुरु को ऊपर ऊपर गाता, गुरु को दिल भीतर नहीं लाता। कारज तेरा कैसे होवे भाई, गुर संग उपरी प्रीत लगाई। ਹੁਣ ਜਿਹੜਾ ਉਹਨਾਂ ਨੇ ਕਿਹਾ ਕਿ ਗੁਰੂ ਕੋ ਉੱਪਰ ਉੱਪਰ ਗਾਤਾ, ਅਸੀਂ ਮਹਿਸੂਸ ਕਰਕੇ ਦੇਖੀਏ ਕਿ ਕੀ ਵਾਕਈ ਹੀ ਹਾਲਾਤ ਇਸ ਤਰ੍ਹਾਂ ਦੇ ਨਹੀਂ ਹੁੰਦੇ। क्योंकि उन्होंने वचन होर भी उन्होंने बहुत फरमाए ने कि खाते पीते चलते फिरते सोवत जागत बिसर ना जात। वो तो बिल्कुल जिस तरह साढ़े दिल दे विच खून चल रहा है, फ्लो हो रहा है, वो कर रहा, पंप करी जा रहा, जदों पंप बंद होया उस ਵੇਲੇ बंदा खत्म। इसे तरह ही जिस तरह वो जिहड़ा नाम भी जिहड़ा इसे तरह ही साढ़े सावां 'ਚ पुरोया जाए कि बई एक पल भी जो उन्होंने नाम विसरीए तो कभी हो ही नहीं सकता कि कोई किसी तरह की हैरानी परेशानी कभी हो। क्योंकि धुप छां मौसम ठंड गर्मी ये चलती रहनी है, पर जो बंदा एक चीज़ से जुड़िया रहिंदा है फिर उन्होंने इन्हां चीज़ों नाल कोई फर्क नहीं पैंदा। संसार नहीं बदलना, संसार इसी तरह का ही रहना है जो चल रहा है, लेकिन यदी अवस्था बदल जाएगी, यदी स्थिति बदल जाएगी, इनू कुछ महसूस नहीं होएगा। इस करके पक्या कर रहे हैं कि सतगुरु का नाम पुकारो, सतगुरु को हीरे धारो, सतगुरु का करो भरोसा। क्योंकि भरोसा भी साडा उस तरीके नाल ही हुंदा है। क्योंकि भरोसा साडा जिस तरह का चाहिए है, जिहड़ी चीज़ हिरदे च वस गई वो किस तरह निकलेगी बाहर। जिहड़ा भरोसा जिस तरह ने कहा कि प्रेम का कमावना हड्डां नूं रोग लावना, जिउंदियां जी मर जावना, वो जिहड़ा हड्डां 'ਚ वस गया वो किदां निकलेगा बाद दे विच। जिहड़ा भरोसा उतला उतला हुंदा है कि जदों कोई जरूरत पई जां कोई किसी ने कोई अपने सतगुर की उस्तत दे विच कोई वचन कीते, कोई सुने तो बड़ा भरोसा वध गया, बड़ा पता लगा, किसी ने कह दिता। जिस तरह हुण असीं किसी डॉक्टर कोल जांदे हां तो कोई बाहर मरीज बैठे कह देंगे ने बल्ले बल्ले असीं तो डॉक्टर कोल जदों दे आए हैं साडी तो बीमारी दूर हो गई, साडा भरोसा वध गया। असीं वेट करते हैं कि नहीं हुण वारी आएगी, हुण असीं दवाई लैके जाना है। कोई होर मरीज़ आ जाता है, वो कहता है मैनू तो वैसे 2 साल हो गए ने पर मैनू फर्क कोई नहीं पिया। एक अद्धा होर इहो जिहा आ जाता है तो बस भरोसा डोल गया। बंदा कहता उत्थे डावाडोल हो जाता कि पता नहीं फर्क मैनू भी पएगा कि नहीं पएगा। इस तरह का नहीं, क्योंकि ये जिहड़ा सिर है जदों सतगुरां दे अगे झुका दिता, उन्होंने परमेश्वर खुदा सतगुर कह दिता, तो फिर इनू दूसरा फिर किस तरह कोई नज़र आए। जे दे मन च ये भी है कि चलो फलानी थां ते मत्था टेक के देखते हैं, काम हो गया ठीक है, नहीं होया तो फिर फलानी जगह ते चलांगे, फिर उत्थे सुखना सुखांगे, फिर वो करांगे। इहदा मतलब कि असीं पहलां ही वो जिहड़ा बीज बो लिया। इस करके किसी भी चीज़ की गुंजाइश ना होवे, बिल्कुल एक इक्को ही भरोसा। क्योंकि असीं जिन्ने जगह ते असीं मत्था टेक रहे हैं, असीं सानू किसी नूं कोई, असीं सिर्फ उस ताकत के अगे सिर झुका रहे हैं जिसनों परमेश्वर वाहिगुरू अकाल पुरख जो मर्जी कह लीए, राम शाम जो भी कहते हैं। इहदे भाव च फर्क ना पवे, इहदी भावना ना घटे किसी तरह की। सतगुरां ने फरमाउणा कि जिन्हों अपने गुरु ते इन्ना माण है कि बई उहदे सामने कोई परमेश्वर भी आके खड़ा हो जाए, भावें खुदा खड़ा हो जाए, कहे कि मैं परमेश्वर हाँ, पर इहदे गुरु वालों इहदा ख्याल ना डोले, इनू अपना गुरु च ही सब कुछ लभे। गुरु ने फरमाउणा कि बई इनू कोई दुनिया की ताकत इनू गिरा नहीं सकती। उन्होंने फरमाया कि गुरु गोबिंद दो खड़े किसके लागू पाए, बलिहारी गुरु अपने जिन गोबिंद दियो मिलाए। इस तरह का भरोसा, जे इन्ना भरोसा आ गया तो बई फिर कभी भी इनू कोई किसी तरह की कोई दिक्कत नहीं आएगी। क्योंकि इनू फिर हमेशा ही अपने गुरु ते मान लेगा कि मेरा सतगुर नाल है, बई जो मर्जी कुछ होवे मेरा गुरु उदा करेगा। इस करके फरमाया कि सतगुर का पर करो भरोसा, फिर करो ना कुछ अफसोसा। क्योंकि कई बार असी करके भी मन च कई बार अफसोस करते रहने हैं, कोई ना कोई मन दे विच बना लेने, पहला भरोसा लैके चलते हैं,
तो फिर ਹੁੰਦਾ है कि नहीं पता नहीं की गल हुई है, आ इन्नी बारी तो असीं गए हाँ, काम नहीं होया, आ नहीं होया, इहदे नालों उधर हो आउंदे, फलानी जगह काम कर लेंदे। नहीं, कुछ नहीं, सिर्फ इक्को ही कि बई सब कुछ सतगुर जानता है। ਜਦੋਂ ਵੀ ਉਹ ਕਰੇਗਾ ਵਧੀਆ ਹੀ ਕਰੇਗਾ। ਜੇ ਨਹੀਂ, ਗੁਰੂ ਮਹਾਰਾਜ ਨੇ ਫਰਮਾਉਣਾ ਕਿ ਜੇ ਕੰਮ ਕੋਈ ਹੋ ਵੀ ਰਿਹਾ ਹੈ ਤਾਂ ਗੁਰੂ ਦੀ ਦਇਆ ਨਾਲ ਹੋ ਰਿਹਾ, ਜੇ ਨਹੀਂ ਵੀ ਹੋ ਰਿਹਾ ਤਾਂ ਬਈ ਉਹਨਾਂ ਦੀ ਮੌਜ ਦੇ ਵਿੱਚ ਹੀ ਹੈ, ਕੋਈ ਹੋਏਗਾ ਹਜੇ ਕੁਛ, ਕੋਈ ਟਾਈਮ ਹੋਏਗਾ। ਇਸ ਕਰਕੇ ਸਤਿਗੁਰਾਂ ਦੇ ਭਰੋਸਾ ਜਿਹੜਾ ਐ ਟੁੱਟ ਹੋਵੇ, ਉਹ ਜਰਾ ਜਿਹਾ ਵੀ ਡੋਲੇ ਨਾ ਕਿਸੇ ਤਰ੍ਹਾਂ ਦਾ। ਹਾਂਜੀ ਠੀਕ ਹੈ। ਸਤਿਗੁਰ ਤੋਹੇ ਸ਼ਿਨ ਸ਼ਿਨ ਪੋਸੇ, ਅੰਗਤਾ ਤੇਰੀ ਸਭ ਬਿਦ ਖੋਸੇ, ਤੂੰ ਕਰ ਪੁਨ ਚਰਨਨ ਹੋਸ਼ੇ, ਸਤਿਗੁਰ ਸੇ ਮਤ ਕਰ ਰੋਸੇ। ਹੁਣ ਜੋ ਸਾਡੀ ਹਾਲਤ ਹੈ ਉਹ ਸਤਿਗੁਰਾਂ ਕੋਲ ਕੋਈ ਛਿਪੀ ਨਹੀਂ ਹੁੰਦੀ। ਠੀਕ ਹੈ, ਉਹ ਕਹਿੰਦੇ ਕਿ ਸਾਹਿਬ ਮੇਰਾ ਮਿਹਰਬਾਨ ਮਿਹਰਬਾਨ, ਕਿ ਜਾਣਦਾ ਸਭ ਕੁਛ ਹੈ, ਪਰ ਸਾਨੂੰ ਜਿਤਾਉਂਦੇ ਨਹੀਂ ਕਦੀ ਵੀ, ਹਮੇਸ਼ਾ ਹੀ ਸਾਡੇ ਪਰਦੇ ਢੱਕਦੇ ਨੇ। ਪਰ ਜਿਸ ਤਰ੍ਹਾਂ ਪਿੱਛੇ ਵਚਨ ਆਏ ਨੇ, ਵਿਸ਼ਵਾਸ ਭਰੋਸਾ ਕਰੀਏ, ਭਰੋਸਾ ਇੰਨਾ ਕਰੀਏ ਕਿ ਬਈ ਜਿਸ ਤਰ੍ਹਾਂ ਬਾਣੀ 'ਚ ਨੇ ਫਰਮਾਇਆ ਕਿ ਕਿਸ ਆਗੇ ਕੀਚੇ ਅਰਦਾਸ, ਬਿਨ ਬੋਲੇ ਸਭ ਕੁਛ ਜਾਣਦਾ। ਭਰੋਸਾ ਇੰਨਾ ਸਾਡਾ ਹੋਵੇ। ਜੇ ਮਨ 'ਚ ਇਹੋ ਹੀ ਹੈ ਕਿ ਨਹੀਂ ਸਾਡੇ ਕੀਤਿਆਂ ਹੀ ਕੁਛ ਹੋਣਾ ਹੈ, ਜਾਂ ਪਤਾ ਨਹੀਂ ਅਸੀਂ ਕੁਛ ਕਰ ਰਹੇ ਹਾਂ, ਪਤਾ ਨਹੀਂ ਪਤਾ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ, ਨਹੀਂ, ਜੇ ਉਹਦੀ ਬੰਦਗੀ 'ਚ ਬੈਠਾ ਹੈ ਤਾਂ ਆਪਣੇ ਸਤਿਗੁਰ ਨੂੰ ਆਪਣੇ ਹਾਜ਼ਰ ਸਮਝ। ਜੇ ਹਾਜ਼ਰ ਸਮਝ ਕੇ ਬੰਦਗੀ 'ਚ ਬੈਠਾ ਹੈ ਤਾਂ ਫਿਰ ਹੀ ਬੰਦਗੀ ਹੈ। ਜੇ ਹਾਜ਼ਰ ਸਮਝ ਕੇ ਨਹੀਂ ਬੰਦਗੀ 'ਚ ਬੈਠਾ, ਪਤਾ ਨਹੀਂ ਕਰ ਰਿਹਾ, ਉਹਨੂੰ ਪਤਾ ਵੀ ਹੈਗਾ ਕਿ ਨਹੀਂ ਮੈਂ ਬੈਠਾ ਹਾਂ ਕਿ ਨਹੀਂ, ਤਾਂ ਫਿਰ ਤਾਂ ਇਹ ਕਿਹਦੀ ਬੰਦਗੀ ਕਰ ਰਿਹਾ, ਇਹ ਕਿਹਦਾ ਸਿਮਰਨ ਕਰ ਰਿਹਾ, ਕਿਹਦਾ ਧਿਆਨ ਕਰ ਰਿਹਾ ਹੈ। ਜੋ ਇਹਦੇ ਕੋਲ ਹੈ ਹੀ ਨਹੀਂ ਹੈ ਤਾਂ ਫਿਰ ਕਿਸ ਤਰ੍ਹਾਂ, ਕੌਣ ਇਹਨੂੰ ਕੁਛ ਇਹਦਾ ਪਾਰ ਉਤਾਰਾ ਕਰੇਗਾ। ਅਤੇ ਭਰੋਸਾ ਹੋਵੇ ਪੂਰੇ। ਇਸ ਕਰਕੇ ਫਰਮਾਇਆ ਕਿ ਸਤਿਗੁਰ ਤੋਹੇ ਛਿਨ ਛਿਨ ਪੋਸੇ, ਉਹ ਤਾਂ ਛਿਨ ਛਿਨ ਪਲ ਪਲ ਸਾਡੀ ਸੰਭਾਲ ਕਰ ਰਹੇ ਨੇ। ਸੋਚੀਏ ਕਿ ਇੱਕ ਸਾਹ ਹੀ ਆਉਂਦਾ ਪਿਆ ਨਾ, ਇੱਕ ਜਿਸ ਤਰ੍ਹਾਂ ਸਾਹ ਨਹੀਂ ਆਉਂਦਾ ਤਾਂ ਬੰਦਾ ਗਿਆ, ਬਸ ਕੁਛ ਨਹੀਂ ਹੈਗਾ ਇਹਦੇ ਕੋਲ। ਇਹ ਕੌਣ ਚਲਾ ਰਿਹਾ ਹੈ, ਕੌਣ ਇਹਨੂੰ ਇਹ ਜ਼ਿੰਦਗੀ ਜਿਹੜੀ ਇਹਦੀ ਸਾਂਭੀ ਬੈਠਾ ਹੈ। ਜੇ ਉਹ ਚਲਾ ਰਿਹਾ ਹੈ, ਕਰ ਰਿਹਾ ਹੈ, ਤਾਂ ਬਈ ਇਹ ਕਿਸ ਤਰ੍ਹਾਂ ਕਹਿ ਦਿੰਦਾ ਕਿ ਸਤਿਗੁਰਾਂ ਨੇ ਮੇਰੇ ਵਾਸਤੇ ਕੀਤਾ ਕੀ ਹੈ। ਬੜੇ ਲੋਕ ਨੇ, ਤੁਸੀਂ ਬਾਹਰ ਨਿਕਲ ਕੇ ਦੇਖੋ, ਕੋਈ ਹੌਸਪੀਟਲਾਂ ਦੇ ਵਿੱਚ ਬੈਠੇ ਨੇ, ਕੋਈ ਫੁੱਟਪਾਥਾਂ 'ਤੇ ਪਏ ਨੇ, ਕੋਈ ਐਸੀ ਜਗ੍ਹਾ ਦੇ ਉੱਤੇ ਕਈ ਪਏ ਨੇ ਜਿੱਥੇ ਕਿਸੇ ਨੂੰ ਪਤਾ ਹੀ ਨਹੀਂ ਹੈਗਾ, ਮਦਦ ਹੀ ਨਹੀਂ ਉਹਨਾਂ ਦੀ ਪਹੁੰਚ ਰਹੀ। ਅਤੇ ਸਤਿਗੁਰ ਤਾਂ ਬਈ ਇਹਨੂੰ ਹਮੇਸ਼ਾ ਹੀ ਦਇਆ ਕਰ ਰਹੇ ਨੇ, ਕਿਰਪਾ ਕਰ ਰਹੇ ਨੇ। ਪਰ ਜੋ ਵੀ ਇੱਥੇ ਜਿਸ ਦੇਸ਼ 'ਚ ਅਸੀਂ ਬੈਠੇ ਹਾਂ, ਇਹ ਕਰਮ ਦਾ ਦੇਸ਼ ਹੈ, ਕਰਮ ਭੂਮੀ ਹੈ, ਕਰਮਾਂ ਦਾ ਭੁਗਤਾਨ ਵੀ ਨਾਲ ਨਾਲ ਹੀ ਹੈ। ਇਸ ਕਰਕੇ ਜੇ ਅਸੀਂ ਸਤਿਗੁਰਾਂ ਵਾਲੇ ਹਾਂ ਤਾਂ ਬਈ ਆਪਣੀ ਕਰਨੀ ਨੂੰ ਸੁਧਾਰੀਏ, ਜੋ ਅਸੀਂ ਕਰ ਰਹੇ ਹਾਂ ਉਹਦੇ ਵੱਲ ਦੇਖੀਏ ਕਿ ਗੁਰੂ ਦੇ ਮੁਤਾਬਕ ਅਸੀਂ ਚੱਲ ਰਹੇ ਹਾਂ, ਜੋ ਗੁਰੂ ਕਹਿ ਰਿਹਾ ਉਸ ਤਰੀਕੇ ਨਾਲ ਕਰ ਰਹੇ ਹਾਂ। ਬਸ ਆਪਣਾ ਕੰਮ ਕਰੇ, ਸਾਨੂੰ ਯਾਦ ਰੱਖਣ ਦੀ ਲੋੜ ਹੈ, ਗੁਰੂ ਨੂੰ ਯਾਦ ਕਰਾਉਣ ਦੀ ਨਹੀਂ, ਉਹਨੂੰ ਪਤਾ ਹੈ ਸਭ ਕੁਛ। ਇਸ ਕਰਕੇ ਫਰਮਾਇਆ ਕਿ ਸਤਿਗੁਰ ਤੋਹੇ ਛਿਨ ਛਿਨ ਪੋਸੇ, ਹੰਗਤਾ ਤੇਰੀ ਸਭ ਬਿਦ ਖੋਸੇ, ਕਿ ਹੰਕਾਰ ਜਿਹੜਾ ਕਿਸੇ ਵੇਲੇ, ਕਿਉਂਕਿ ਤੁਸੀਂ ਸੰਸਾਰ 'ਚ ਚੱਲਦਿਆਂ ਦੇਖਦੇ ਹੋ ਕਈ ਵਾਰ ਕਿਸੇ ਕੋਲ ਕਿਸੇ ਤਰ੍ਹਾਂ ਦੀ ਤਾਕਤ ਆ ਜਾਂਦੀ ਹੈ। ਹੋਰ ਤਾਂ ਛੱਡੋ, ਕੋਈ ਕਿਸੇ ਦੀ ਵਾਕ ਵੀ ਕਿਸੇ ਅਫਸਰ ਨਾਲ ਹੋ ਜਾਂਦੀ ਹੈ ਨਾ, ਅਤੇ ਉਹੀ ਬੰਦੇ ਦੇ ਵਿੱਚ ਹੰਕਾਰ ਆ ਜਾਂਦਾ ਕਿ ਕੋਈ ਗੱਲ ਨਹੀਂ, ਜੇ ਹੁਣ ਮੇਰੇ ਨਾਲ ਕਿਸੇ ਨੇ ਕੋਈ ਕੀਤਾ ਕੁਛ ਤਾਂ ਬਈ ਫਿਰ ਤਾਂ ਆਪਣੇ ਫਲਾਣਾ ਵਾਕਫ ਹੈਗਾ, ਉਹਨੂੰ ਕਹਿ ਕੇ ਮੈਂ ਇੱਦਾਂ ਕਰਵਾ ਦਾਂਗਾ। ਜੇ ਕਿਸੇ ਕੋਲ ਥੋੜ੍ਹਾ ਪੈਸਾ ਜ਼ਿਆਦਾ ਆ ਗਿਆ, ਬੰਦਾ ਸੋਚਦਾ ਹੈ ਕਿ ਹੁਣ ਤਾਂ ਮੈਨੂੰ ਕੋਈ ਗੱਲ ਨਹੀਂ ਹੈਗੀ, ਇੰਨੇ ਕੁ ਪੈਸੇ ਤਾਂ ਮੈਂ ਵੱਖਰੇ ਹੀ ਰੱਖੇ, ਜੇ ਕੋਈ ਲੋੜ ਪਈ ਹੈ ਤਾਂ ਮੈਂ ਲਾ ਦੂੰਗਾ ਉਹਦੇ ਉੱਤੇ। ਜੇ ਘਰ ਦੇ ਕਿਸੇ ਦੇ ਜੀਅ ਜ਼ਿਆਦਾ ਨੇ ਤਾਂ ਉਹ ਬਈ ਦੂਸਰੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਬਈ ਸਤਿਗੁਰ ਤਾਂ ਕਹਿੰਦੇ ਨੇ ਕਿ ਨਹੀਂ, ਤੂੰ ਸਿਰਫ ਇੱਕ 'ਤੇ ਹੀ ਭਰੋਸਾ ਕਰ, ਉਹੀ ਤੇਰੇ ਨਾਲ ਹੈ, ਹੋਰ ਕੋਈ ਤੇਰੇ ਨਾਲ ਨਹੀਂ। ਉਹਨੇ ਕਿਹਾ ਮਿੱਤਰ ਤੇਰਾ ਕੋਈ ਨਹੀਂ ਸੰਗੀਆਂ ਨੂੰ, ਪਰ ਇਹ ਵਾਧੂ ਦਾ ਹੰਕਾਰ ਚੁੱਕ ਲੈਂਦਾ। ਇਸ ਕਰਕੇ ਉਹਨੇ ਫਰਮਾਇਆ ਕਿ ਹੰਗਤਾ ਤੇਰੀ ਸਭ, ਜੇ ਗੁਰੂ ਦਾ ਸਿੱਖ ਹੋ ਕੇ ਵੀ ਕਿਸੇ ਤਰ੍ਹਾਂ ਦੀ ਹਉਮੈ ਹੰਕਾਰ ਰੱਖ ਰਿਹਾ ਹੈ ਕਿ ਮੇਰਾ ਆਹ ਕਿਸੇ ਚੀਜ਼ ਦਾ ਇਹਨੂੰ ਮਾਣ ਆ ਗਿਆ ਗੁਰੂ ਤੋਂ ਇਲਾਵਾ, ਅਤੇ ਗੁਰੂ ਨੇ ਰਹਿਣ ਨਹੀਂ ਦੇਣਾ ਇਹਦਾ, ਕਿਉਂਕਿ ਉਹ ਵਾਧੂ ਦਾ ਬੋਝ ਹੈ।
ਬੋਝ ਉਹਨਾਂ ਨੇ ਉਤਾਰ ਦੇਣਾ, ਰਹਿਣ ਨਹੀਂ ਦੇਣਾ। ਇਸ ਕਰਕੇ ਚੁੱਕੀ ਨਾ ਬੋਝ, ਕੋਈ ਦੁੱਖ ਨਹੀਂ ਹੋਏਗਾ ਕਿਸੇ ਤਰ੍ਹਾਂ ਦਾ ਵੀ। ਫਿਰ ਇਸ ਕਰਕੇ ਅੱਗੇ ਫਰਮਾਇਆ ਕਿ ਤੂੰ ਉਨ ਕਰ ਚਰਨਨ ਹੋਸ਼ੇ ਸਤਿਗੁਰ ਸੇ ਮਤ ਕਰ ਰੋਸੇ। ਕਹਿੰਦੇ ਭਗਤੀ ਕਰਨੀ ਹੈ ਹੋਸ਼ 'ਚ ਕਰੀਏ, ਕੋਈ ਵੀ ਕਿਸੇ ਤਰ੍ਹਾਂ ਦੇ ਲਾਲਚ ਨਾਲ ਨਹੀਂ, ਕਿਸੇ ਤਰ੍ਹਾਂ ਦਾ ਕੋਈ ਕਾਰੋਬਾਰ ਦੁਨੀਆ 'ਚ ਅਸੀਂ ਵਿਵਹਾਰ ਕਰਦੇ ਹਾਂ ਉਸ ਤਰ੍ਹਾਂ ਨਹੀਂ, ਵਪਾਰ ਕਰਦੇ ਹਾਂ ਉਸ ਤਰ੍ਹਾਂ ਨਹੀਂ, ਪਿਆਰ ਦੇ ਨਾਲ ਕਰਨੀ ਹੈ, ਹੋਸ਼ ਦੇ ਨਾਲ ਕਰਨੀ ਹੈ। ਜੇ ਅਸੀਂ ਸਿਰਫ ਜਿਸ ਤਰ੍ਹਾਂ ਦੁਨੀਆ ਦੇ ਰਿਸ਼ਤੇਦਾਰੀਆਂ ਪਾਲਦੇ ਹਾਂ, ਜੋ ਕਰਦੇ ਹਾਂ ਕਿ ਜੇ ਕੋਈ ਸਾਡੇ 'ਤੇ ਪਹੁੰਚਿਆ ਅਸੀਂ ਪਹੁੰਚਾਂਗੇ, ਜੇ ਸਾਨੂੰ ਕਿਸੇ ਨੇ ਇੰਨਾ ਸ਼ਗਨ ਦਿੱਤਾ ਤਾਂ ਅਸੀਂ ਵੀ ਉਹਨਾਂ ਸ਼ਗਨ ਦੇਵਾਂਗੇ, ਕੋਈ ਆਹ ਕਰਾਂਗੇ, ਅਤੇ ਇਹ ਕੋਈ ਭਗਤੀ ਨਹੀਂ ਹੈ। ਹੋਸ਼ ਦੇ ਨਾਲ ਵੀ ਸਤਿਗੁਰਾਂ ਵਾਸਤੇ ਸਾਡੇ ਕੋਲ ਹੈ ਕੀ ਆਪਣਾ, ਜੋ ਵੀ ਸਾਡੇ ਕੋਲ ਸਭ ਕੁਛ ਹੈ ਸਤਿਗੁਰਾਂ ਦਾ ਹੀ ਹੈ। ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਕੇ ਕਿਆ ਲਾਗੇ ਮੇਰਾ। ਜਦੋਂ ਐਸਾ ਭਾਵੇਂ ਦਾ ਬਣ ਜਾਏਗਾ ਤੇ ਫਿਰ ਬਈ ਇਹ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰੇਗਾ, ਕਿਸੇ 'ਤੇ ਮਾਣ ਵੀ ਨਹੀਂ ਕਰੇਗਾ, ਕਿਸੇ ਦੇ ਨਾਲ ਦੁਸ਼ਮਣੀ ਵੀ ਨਹੀਂ ਕਰੇਗਾ। ਇਹਨੂੰ ਹੋਏਗਾ ਕਿ ਜੋ ਵੀ ਕਰ ਰਿਹਾ ਗੁਰੂ ਕਰ ਰਿਹਾ, ਗੁਰੂ ਹੀ ਮੈਨੂੰ ਸੁਧਾਰਨ ਵਾਸਤੇ, ਮੈਨੂੰ ਅੱਗੇ ਵਧਾਉਣ ਵਾਸਤੇ ਕੁਛ ਨਾ ਕੁਛ ਮੇਰੇ ਭਾਰ ਹਲਕੇ ਕਰ ਰਿਹਾ। ਨਹੀਂ ਤਾਂ ਇਹਦੀ ਜ਼ਿੰਦਗੀ ਕਿਸੇ ਦੀ ਵਾਹ 'ਚ ਨਿਕਲ ਜਾਏਗੀ, ਕਈਆਂ ਦੇ ਨਿੰਦਿਆ 'ਚ ਨਿਕਲ ਜਾਏਗੀ। ਕਿਸੇ ਨੂੰ ਕਹੇਗਾ ਬੜੇ ਚੰਗੇ ਨੇ, ਕਿਸੇ ਨੂੰ ਕਹੇਗਾ ਬੜੇ ਮਾੜੇ ਨੇ, ਬਸ ਇਹੋ ਹੀ ਚੂਸ ਹੋਏ, ਨਾ ਕੋਈ ਚੰਗਾ ਨਾ ਕੋਈ ਮਾੜਾ। ਇਹਨੂੰ ਕੁਛ ਦਿਸਣਾ ਨਹੀਂ, ਇਹਨੂੰ ਸਿਰਫ ਗੁਰੂ ਸਿਰਫ ਦਿਸੇ। ਤੇ ਉਹਨੇ ਫਰਮਾਇਆ ਹੈ ਕਿ ਗੁਰੂ ਦੇ ਨਾਲ ਕਿਸੇ ਤਰ੍ਹਾਂ ਦੇ ਵੀ ਰੋਸੇ ਨਾ ਕਰ। ਜਿਸ ਤਰ੍ਹਾਂ ਡਾਕਟਰ ਕੋਲ ਅਸੀਂ ਜਾਂਦੇ ਹਾਂ ਅਤੇ ਡਾਕਟਰ ਬਿਮਾਰੀ ਦੇਖਦਾ ਹੈ ਕੀ ਬਿਮਾਰੀ ਹੈ। ਕਿਸੇ ਨੂੰ ਸੱਪ ਲੜ ਜਾਂਦਾ ਹੈ, ਕਿਸੇ ਦੇ ਕੋਈ ਐਸੀ ਐਕਸੀਡੈਂਟ ਹੁੰਦਾ ਹੈ, ਉਹਦਾ ਐਸਾ ਜ਼ਖਮ ਕੋਈ ਹੋ ਜਾਂਦਾ ਹੈ ਕਿ ਜਿਹਨੂੰ ਕਹਿ ਦਿੰਦੇ ਆ ਕਿ ਨਸੂਰ ਬਣ ਗਿਆ, ਜ਼ਹਿਰ ਉਹਦੇ ਵਿੱਚ ਫੈਲਣਾ ਸ਼ੁਰੂ ਹੋ ਗਿਆ। ਹੁਣ ਉਹ ਡਾਕਟਰ ਨੂੰ ਪਤਾ ਹੈ, ਡਾਕਟਰ ਕੋਲ ਅਸੀਂ ਜਾਂਦੇ ਹਾਂ, ਡਾਕਟਰ ਨੂੰ ਸਾਈਨ ਕਰਕੇ ਉਹ ਕਾਗਜ਼ ਦੇ ਦਿੰਦੇ ਹਾਂ ਕਿ ਹਾਂ ਵੀ ਜੋ ਤੂੰ ਠੀਕ ਸਮਝਦਾ ਕਰ ਦੇ। ਡਾਕਟਰ ਪਹਿਲਾਂ ਕਰਵਾ ਲੈਂਦਾ। ਅਸੀਂ ਆਪ ਲਿਖ ਕੇ ਦਿੰਦੇ ਹਾਂ, ਡਾਕਟਰ ਦੇ ਕੋਲ ਪੈ ਜਾਂਦੇ ਹਾਂ, ਪਤਾ ਨਹੀਂ ਹੁੰਦਾ ਡਾਕਟਰ ਨੇ, ਉਹ ਮੌਕੇ ਦੇ ਉੱਤੇ ਉਹਨੇ ਦੇਖਣਾ ਹੈ ਕਿ ਕਿਹੜੀ ਚੀਜ਼ ਦੀ ਲੋੜ ਹੈ। ਉਹ ਕਿਉਂ ਚਾਹੇਗਾ ਕਿ ਇਹਦਾ ਕੋਈ ਅੰਗ ਪੈਰ ਵੱਢਿਆ ਜਾਵੇ? ਉਹ ਨਹੀਂ ਚਾਹੁੰਦਾ। ਉਹ ਤਾਂ ਚਾਹੁੰਦਾ ਹੈ ਕਿ ਇਹਨੂੰ ਦਵਾਈ ਦੇ ਕੇ ਪੱਟੀ ਕਰਕੇ, ਇਹਦੀ ਮਲਮ ਪੱਟੀ ਕਰਕੇ ਇਹ ਠੀਕ ਹੋ ਜਾਵੇ। ਪਰ ਜੇ ਕੋਈ ਜ਼ਖਮ ਹੀ ਇੰਨਾ ਹੋ ਗਿਆ ਹੈ, ਖਰਾਬ ਹੋ ਗਿਆ ਹੈ ਕਿ ਉਹਦਾ ਜ਼ਹਿਰ ਬਾਕੀ ਵੀ ਸਰੀਰ ਦੇ ਵਿੱਚ ਫੈਲ ਰਿਹਾ, ਬਾਕੀ ਸਰੀਰ ਵੀ ਜਿਹੜਾ ਆ ਖਰਾਬ ਹੋ ਰਿਹਾ ਹੈ, ਅਤੇ ਕਈ ਵਾਰ ਉਹ ਅੰਗ ਕੱਟ ਦਿੰਦਾ ਉਹ ਜਿਹੜਾ, ਕਿਉਂਕਿ ਬਾਕੀਆਂ ਨੂੰ ਬਚਾਉਣ ਵਾਸਤੇ। ਇਸੇ ਤਰ੍ਹਾਂ ਹੀ ਸਾਡੇ ਜੀਵਨ ਦੇ ਵਿੱਚ ਕਈ ਕੁਛ ਇਸ ਤਰ੍ਹਾਂ ਦਾ ਹੁੰਦਾ ਹੈ। ਅਸੀਂ ਰੋਜ਼ ਸ਼ੁਰੂ ਕਰ ਦਿੰਦੇ ਹਾਂ, ਗੁਰੂ ਨੇ ਆਹ ਕਿਉਂ ਕੀਤਾ, ਗੁਰੂ ਇੱਦਾਂ ਨਹੀਂ ਸੀ ਕਰ ਸਕਦਾ, ਗੁਰੂ ਉਹ ਨਹੀਂ ਸੀ ਕਰ ਸਕਦਾ। ਜੋ ਕਰਦਾ ਹੈ ਉਹ ਆਪਣੀ ਮੌਤ 'ਚ ਕਰਦਾ ਹੈ, ਜੋ ਕਰਦਾ ਹੈ ਵਧੀਆ ਹੀ ਕਰਦਾ ਹੈ। ਮੈਂ ਕਈ ਵਾਰ ਦੱਸਿਆ ਹੈ, ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਸਭ ਨੂੰ ਪਤਾ ਹੈ ਕਿ ਗੁਰੂ ਮਹਾਰਾਜ ਦਾ ਹੁਕਮ ਲੱਗੇ, ਜਿਸ ਤਰ੍ਹਾਂ ਹੁਣ ਵੀ ਅਸੀਂ ਗੱਲ ਕਰ ਰਹੇ ਸੀ ਬੈਠੇ, ਕਿ ਗੁਰੂ ਮਹਾਰਾਜ ਨੇ ਹੁਕਮ ਲਗਾਇਆ ਕਿ ਵੀ ਜਦੋਂ ਡੇਰੇ ਆਉਣਾ ਸਿੱਧੇ ਜਾਣਾ ਹੈ, ਜਾਂ ਕਿਸੇ ਨੂੰ ਕੋਈ ਇਸ ਤਰ੍ਹਾਂ ਕਿ ਆਉਣਾ ਹੈ ਅਤੇ ਜਦੋਂ ਜਾਣਾ ਵਾਪਸ ਛੁੱਟੀ ਲੈ ਕੇ ਜਾਣਾ ਹੈ। ਬੜਾ ਮਨ 'ਚ ਹੁੰਦਾ ਹੈ ਕਿ ਬਈ ਹੁਣ ਆਮ ਕਈ ਜਗ੍ਹਾ 'ਤੇ ਜਾਈਦਾ ਹੈ, ਕੋਈ ਹੁੰਦਾ ਨਹੀਂ, ਜਦੋਂ ਮਰਜ਼ੀ ਗਏ, ਮੱਥਾ ਟੇਕਿਆ, ਜਦੋਂ ਦਿਲ ਕੀਤਾ ਉੱਠ ਕੇ ਚਲੇ ਗਏ। ਹੁਣ ਇੱਥੇ ਗੁਰੂ ਮਹਾਰਾਜ ਨੇ ਬਣਾਇਆ ਕਿ ਬਈ ਜਦੋਂ ਜਾਣਾ ਹੈ ਵਾਪਸ ਅਤੇ ਛੁੱਟੀ ਲੈ ਕੇ ਜਾਣਾ ਹੈ। ਹੁਣ ਬੰਦਾ ਸੋਚਦਾ ਹੈ ਕਿ ਹੁਣ ਆਪਣੇ ਆਪਣੇ ਹਰ ਕੋਈ ਪ੍ਰੋਗਰਾਮ ਨਾਲ ਚੱਲ ਰਿਹਾ ਹੁੰਦਾ ਹੈ। ਹੁਣ ਕਈ ਵਾਰੀ ਗੁਰੂ ਮਹਾਰਾਜ ਦੇ ਕੋਲ ਆਉਣਾ ਸੰਗਤ ਨੇ, ਗੁਰੂ ਮਹਾਰਾਜ ਕਹਿਣਾ ਕਿ ਬੇਟੇ ਕੋਈ ਨਹੀਂ, ਫੁਲਕਾ ਖਾਓ, ਛੁੱਟੀ ਦਿੰਦੇ ਹਾਂ। ਫੁਲਕਾ ਖਾ ਕੇ ਆਉਣਾ, ਚਲੋ ਬੇਟੇ ਹੁਣ ਚਾਹ ਪੀਓ, ਛੁੱਟੀ ਦਿੰਦੇ ਹਾਂ। ਕਰਦੇ ਬੰਦੇ ਦਾ ਧਿਆਨ ਲੱਗੇ ਰਹਿਣਾ ਕਿ ਮੇਰੀ ਤਾਂ ਟ੍ਰੇਨ ਛੁੱਟ ਜਾਣੀ ਹੈ, ਮੈਂ ਤਾਂ ਲੇਟ ਹੋ ਰਿਹਾ ਹੈ, ਮੇਰੀ ਬੱਸ ਨਿਕਲ ਜਾਣੀ ਹੈ। ਹੁਣ ਸਤਿਗੁਰਾਂ ਨੇ ਇਹੋ ਜਿਹੇ ਨਿਯਮ ਬਣਾਏ ਕਾਹਦੇ ਵਾਸਤੇ? ਜਿਹਦੇ ਕੋਲ ਆਏ ਆ, ਸਾਨੂੰ ਜੇ ਪਤਾ ਹੀ ਨਹੀਂ ਕਿ ਕਾਹਦੇ ਵਾਸਤੇ ਆਏ ਆ, ਕਿਉਂ ਆਏ ਆ, ਉਹਦੇ ਕੋਲ ਕੀ ਲੈਣਾ ਕੀ ਹੈ, ਜੇ ਉਸ ਕੀਮਤ ਦਾ ਹੀ ਨਹੀਂ ਪਤਾ ਤਾਂ ਅਸੀਂ ਲੈ ਕੇ ਵੀ ਕੁਛ ਨਹੀਂ ਜਾ ਸਕਦੇ। ਹਰ ਇੱਕ ਚੀਜ਼ ਦੀ ਇੱਕ ਕੀਮਤ ਹੁੰਦੀ ਹੈ। ਇੱਥੇ ਕੀ ਕੀਮਤ ਹੈ? ਉਹਨਾਂ ਨੇ ਕਿਹਾ ਕਿ ਮਨ ਵੇਚੇ ਸਤਿਗੁਰ ਕੇ ਪਾਸ ਅਤੇ ਸੇਵਕ ਕੇ ਕਾਰਜ ਰਾਸ। ਠੀਕ ਹੈ, ਅਸੀਂ ਆਉਂਦੇ ਹਾਂ, ਪ੍ਰਸ਼ਾਦ ਲੈ ਕੇ ਆਉਂਦੇ ਹਾਂ, ਕੋਈ ਕੇਲੇ, ਕੋਈ ਸੰਤਰੇ, ਕੋਈ ਸੇਬ, ਕੋਈ ਮਾਇਆ, ਕੋਈ ਕੁਛ ਨਾ ਕੁਛ ਲੈ ਕੇ ਆਉਂਦੇ ਹਾਂ। ਪਰ ਸਤਿਗੁਰਾਂ ਨੇ ਫਰਮਾਉਣਾ ਕਿ ਬਈ ਇਹਦੇ ਸਾਰੀ ਚੀਜ਼ਾਂ ਇਹ ਤਾਂ ਹੀ ਮਨਜ਼ੂਰ ਹੈ ਜੇ ਤੁਸੀਂ ਆਪਣਾ ਮਨ ਵੀ ਭੇਟ ਕਰ ਦਿੰਦੇ ਹੋ। ਕਿਉਂਕਿ ਦੁਨੀਆ 'ਚ ਬੜੇ ਬੜੇ ਦਾਨੀ ਪੁਰਸ਼ ਨੇ, ਬਹੁਤ ਬਹੁਤ ਲੋਕ ਕਰਨ ਵਾਲੇ ਨੇ, ਪਰ ਸਤਿਗੁਰਾਂ ਨੇ ਕੀ ਮੰਗਿਆ? ਬਾਣੀ 'ਚ ਉਹਨੇ ਫਰਮਾਇਆ ਕਿ ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਸਭਨਾ ਕੀ ਹੋ ਰੇਣਕਾ ਤਬ ਆਓ ਹਮਾਰੇ ਪਾਸ।
ਜੇ ਇੱਥੇ ਬੈਠ ਕੇ ਵੀ ਸਾਡਾ ਮਨ ਕੰਮ ਕਰ ਰਿਹਾ ਆ, ਉਹੀ ਚੀਜ਼ਾਂ ਆਪਣੀਆਂ ਸੋਚਾਂ ਵਿਚਾਰਾਂ ਦੇ ਵਿੱਚ ਲੱਗਾ ਹੈ, ਸਭ ਕੁਛ ਇਹਨੂੰ ਪਤਾ ਹੈ ਕਿ ਆਹ ਚੰਗਾ ਹੈ, ਇਹ ਮਾੜਾ ਹੈ, ਤੇ ਫਿਰ ਗੁਰੂ ਦੀ ਤਾਂ ਲੋੜ ਹੀ ਨਹੀਂ ਹੈਗੀ। ਇਹਦੇ ਮਨ 'ਚ ਵਿਸ਼ਵਾਸ ਹੋਵੇ ਕਿ ਗੁਰੂ ਸਭ ਕੁਝ ਜਾਣਦਾ, ਉਹਨੂੰ ਪਤਾ ਹੈ ਸਭ ਕੁਝ, ਜੋ ਵੀ ਉਹ ਕਰਦਾ ਹੈ ਠੀਕ ਕਰਦਾ ਹੈ। ਔਰ ਕਈ ਵਾਰ ਇਸ ਤਰ੍ਹਾਂ ਦੇ ਕਈ ਹੋਏ ਗੁਰੂ ਮਹਾਰਾਜ ਦੇ ਸੇਵਾਦਾਰਾਂ ਨੇ ਕੋਈ ਜਦੋਂ ਇੱਥੋਂ ਜਾਣਾ ਲੇਟ ਹੋ ਜਾਣਾ, ਛੁੱਟੀ ਲੇਟ ਮਿਲਣੀ, ਹੁਣ ਮਨ ਤੇ ਅੰਦਰ ਬੈਠਾ, ਕਿਉਂ ਮਨ ਭੇਟ ਤੇ ਕੀਤਾ ਨਹੀਂ ਹੈ, ਮਨ ਆਪਣੇ ਕੋਲ ਰੱਖਿਆ ਹੈ, ਅਤੇ ਮਨ ਨੇ ਫਿਰ ਆਪਣਾ ਕੰਮ ਕਰਨਾ। ਛੁੱਟੀ ਲੇਟ ਮਿਲੀ, ਮਨ ਕਲਪ ਗਿਆ, ਲੇਟ ਹੋ ਗਏ, ਛੁੱਟੀ ਨਹੀਂ ਮਿਲੀ, ਆਹ ਹੋ ਗਿਆ, ਉਹ ਹੋ ਗਿਆ, ਕੰਮ ਹੋ ਗਿਆ, ਹੁਣ ਮਨ ਕਲਪਦਾ ਪਿਆ ਹੈ। ਜਦੋਂ ਇੱਥੋਂ ਗਿਆ, ਕਈ ਸੇਵਾਦਾਰਾਂ ਨੇ ਇਸ ਤਰ੍ਹਾਂ ਦਾ ਦੱਸਿਆ, ਬੱਚੇ ਦੱਸਦੇ ਨੇ, ਜਦੋਂ ਇੱਥੋਂ ਗਏ ਰਸਤੇ 'ਚ ਜਿਸ ਤਰ੍ਹਾਂ ਜਾ ਕੇ ਦੇਖਿਆ ਕਿ ਬੱਸ ਜਿਹੜੀ ਸੀ ਲਾਸਟ ਵਾਲੀ ਨਿਕਲ ਗਈ, ਬੱਸ ਨਿਕਲ ਗਈ, ਹੁਣ ਬੰਦਾ ਹੋਰ ਕਲਪਦਾ ਹੈ ਕਿ ਦੇਖੋ ਇੱਕੋ ਹੀ ਬੱਸ ਸੀ, ਉਹ ਵੀ ਚਲੇ ਗਈ, ਹੁਣ ਲਾਸਟ ਵਾਲੀ, ਹੁਣ ਕਾਹਤੇ ਜਾਵਾਂਗਾ। ਮਨ ਕਲਪਦਾ ਰਿਹਾ। ਇੰਨੀ ਦੇਰ ਨੂੰ ਕੋਈ ਪਿੱਛੋਂ ਕੋਈ ਹੋਰ ਬੱਸ ਆ ਗਈ, ਕੋਈ ਐਸਾ ਵਹੀਕਲ ਆ ਗਿਆ, ਉਹ ਕਹਿੰਦਾ ਕਿ ਕਿੱਥੇ ਜਾਣਾ ਹੈ, ਕਹਿੰਦੇ ਉੱਥੇ ਚਲੋ ਜੀ। ਥੋੜ੍ਹਾ ਜਿਹਾ ਹੋਇਆ ਕਿ ਚਲੋ, ਪਰ ਮਨ ਜੇ ਕਲਪ ਰਿਹਾ, ਨਾ ਆਉਂਦੀ ਤਾਂ ਫਿਰ ਤਾਂ ਮੈਂ ਰਹਿ ਹੀ ਜਾਣਾ ਸੀ। ਇਹ ਨਹੀਂ ਕਿ ਇਹ ਵੀ ਕਿੰਨੇ ਭੇਜੀ, ਵੀ ਸਤਿਗੁਰਾਂ ਨੇ ਭੇਜੀ ਹੈ। ਕਈ ਸੇਵਾਦਾਰਾਂ ਨੇ ਦੱਸਿਆ ਜਦੋਂ ਉਹ ਗਏ, ਅੱਗੇ ਜਾ ਕੇ ਦੇਖਿਆ ਕੋਈ ਬੱਸ ਜਾਂ ਕੋਈ ਚੀਜ਼ ਐਸੀ ਜਿਹਦੇ 'ਚ ਵੀ ਉਹ ਕੋਈ ਨਾ ਕੋਈ ਖਰਾਬ ਹੋਈ ਪਈ ਹੈ, ਕਿਸੇ ਦਾ ਕੋਈ ਐਕਸੀਡੈਂਟ ਹੋਇਆ ਪਿਆ ਹੈ, ਉਸੇ ਵੇਲੇ ਮਨ ਤੋਂ ਸ਼ੁਕਰਾਨਾ, ਮਹਾਰਾਜ ਬੜੀ ਸ਼ੁਕਰ ਕੀਤਾ, ਬੜਾ ਤੁਹਾਡਾ ਸ਼ੁਕਰਾਨਾ ਹੈ, ਤੁਸੀਂ ਬਚਾ ਲਿਆ। ਇਹ ਪਲ ਪਲ ਕਹਿੰਦੇ ਛਿਨਮੇ ਬੜੇ ਛਿਨਮੇ ਘਟੇ ਵੋ ਤੋਂ ਪ੍ਰੇਮ ਨਾ ਹੀ। ਇਹ ਪ੍ਰੇਮ ਨਹੀਂ ਹੈਗਾ ਜੀ, ਇਹ ਉੱਪਰਲਾ ਹੀ ਹੈ ਕਿ ਜੇ ਕੰਮ ਹੋ ਗਿਆ ਤਾਂ ਗੁਰੂ ਬੜਾ ਹੈ, ਬੜਾ ਵੱਡਾ ਹੈ, ਜੇ ਕੰਮ ਕੋਈ ਨਹੀਂ ਹੋ ਰਿਹਾ ਤਾਂ ਗੁਰੂ ਕੁਛ ਨਹੀਂ ਹੈ। ਨਹੀਂ, ਗੁਰੂ ਤਾਂ ਗੁਰੂ ਹੀ ਹੈ, ਵੀ ਜੋ ਕਰ ਰਿਹਾ ਹੈ ਆਪਣੀ ਮੌਜ ਕਰ ਰਿਹਾ। ਇਸ ਕਰਕੇ ਉਹਨਾਂ ਨੇ ਫਰਮਾਇਆ ਕਿ ਤੂੰ ਕਰ ਉਨ ਚਰਨਨ ਹੋਸ਼ੇ ਸਤਿਗੁਰ ਸੇ ਮਤ ਕਰ ਰੋਸੇ। ਕਹਿੰਦੇ ਉਹਨਾਂ ਨਾਲ ਰੋਸ ਨਾ ਕਰ, ਤੂੰ ਆਪਣੀ ਭਗਤੀ ਵੱਲ ਧਿਆਨ ਦੇ, ਤੂੰ ਜਿਹੜੀ ਤੇਰੀ ਡਿਊਟੀ ਹੈ ਤੂੰ ਉਹ ਕਰ, ਤੂੰ ਬਾਕੀਆਂ ਕੰਮਾਂ ਵੱਲ ਕਰੇਂਗਾ ਅਤੇ ਤੇਰਾ ਧਿਆਨ ਜਿਹੜਾ ਭਟਕੇਗਾ। ਹਾਂਜੀ, ਅੱਗੇ ਸਤਿਗੁਰ ਗਤ ਆਪ ਸੁਨ ਮੋਸੇ, ਕਹੀ ਜਾਤ ਨਾ ਰੰਚਕ ਮੂਸੇ, ਦਸਵੇਂ ਮੇ ਖੈਚੇ ਨੌ ਸੇ, ਹੁਣ ਜਿਸ ਤਰ੍ਹਾਂ ਪਿੱਛੇ ਦੱਸਿਆ ਕਿ ਸਤਿਗੁਰ ਸੇ ਮਤ ਕਰ ਰੋਸੇ, ਉਹ ਕਹਿੰਦੇ ਕਿ ਕਾਹਦੇ ਵਾਸਤੇ? ਕਿਉਂਕਿ ਅਸੀਂ ਸੋਚਦੇ ਹਾਂ ਕਿ ਸ਼ਾਇਦ ਗੁਰੂ ਆਇਆ ਹੀ ਇਸੇ ਵਾਸਤੇ ਆ, ਸਾਡੇ ਸੰਸਾਰੀ ਕੰਮਕਾਰ ਪੂਰੇ ਕਰਨ ਵਾਸਤੇ। ਜਿੰਨੇ ਵੀ ਕੰਮਕਾਰ ਇੱਥੇ ਚੱਲ ਰਹੇ ਨੇ, ਇੰਨੇ ਨੇ ਸਾਰਾ ਸੰਸਾਰ ਚੱਲ ਰਿਹਾ ਹੈ, ਕਈ ਵਾਰ ਸਾਡੇ ਮਨ ਦੇ ਵਿੱਚ ਹੁੰਦਾ ਹੈ ਕਿ ਗੁਰੂ ਤਾਂ ਹੁੰਦਾ ਹੀ ਇਹਦੇ ਵਾਸਤੇ ਹੈ। ਨਹੀਂ, ਗੁਰੂ ਸਾਹਿਬਾਂ ਨੇ ਫਰਮਾਇਆ ਕਿ ਬਈ ਗੁਰੂ ਕੁਛ ਹੋਰ ਕੰਮ ਵਾਸਤੇ ਆਇਆ ਹੈ। ਗੁਰੂ ਤਾਂ ਸਾਨੂੰ ਇੱਥੋਂ ਕੱਢਣ ਵਾਸਤੇ ਆਇਆ ਹੈ। ਅਸੀਂ ਫਸੇ ਪਏ ਹਾਂ ਇੱਥੇ ਇਹ ਕਾਲ ਦੇ ਦੇਸ਼ ਦੇ ਵਿੱਚ, ਕਈ ਤਰ੍ਹਾਂ ਦੀ ਮਾਰ ਖਾ ਰਹੇ ਹਾਂ, ਕਈ ਤਰ੍ਹਾਂ ਦੇ ਦੁੱਖ ਭੋਗ ਰਹੇ ਹਾਂ, ਪਰ ਪਤਾ ਨਹੀਂ ਚੱਲ ਰਿਹਾ। ਇਸੇ ਕਰਕੇ ਸਵਾਮੀ ਜੀ ਨੇ ਫਰਮਾਇਆ ਤਜੋ ਮਨ ਇਹ ਦੁੱਖ ਸੁੱਖ ਕਾ ਧਾਮ ਲਗੋ ਤੁਮ ਜਾਏ ਅਬ ਚੜ੍ਹ ਸਤਨਾਮ। ਉਹ ਕਹਿੰਦੇ ਕਿ ਇਹ ਤਾਂ ਦੁੱਖ ਸੁੱਖ ਦਾ ਧਾਮ ਹੈ, ਇੱਥੇ ਨਾ ਕੋਈ ਪੂਰਾ ਦੁਖੀ ਹੈ ਅਤੇ ਨਾ ਕੋਈ ਪੂਰਾ ਸੁਖੀ ਹੈ। ਕੁਝ ਇੱਥੇ ਦੁੱਖ ਨੇ, ਕੁਝ ਇੱਥੇ ਸੁੱਖ ਨੇ। ਚਾਹੇ ਗਰੀਬ ਤੋਂ ਗਰੀਬ ਬੰਦਾ ਹੈ, ਚਾਹੇ ਅਮੀਰ ਤੋਂ ਅਮੀਰ ਬੰਦਾ ਹੈ, ਕੁਛ ਨਾ ਕੁਛ ਸਭ ਲਈ ਬੈਠਾ ਹੈ। ਇਸ ਕਰਕੇ ਉਹਨਾਂ ਕਿਹਾ ਕਿ ਵੀ ਸਤਿਗੁਰਾਂ ਦੀ ਕੀ ਗਤ ਹੈ, ਉਹਨਾਂ ਦੀ ਕੀ ਸ਼ੋਭਾ ਹੈ, ਉਹਦੇ ਬਾਰੇ ਸੁਣੋ। ਫਰਮਾਉਂਦੇ ਸਤਿਗੁਰੂ ਗਤ ਅਬ ਸੁਨ ਮੋਸੇ ਕਹੀ ਜਾਤ ਨਾ ਰੰਚਕ ਮੋਸੇ। ਕਹਿੰਦੇ ਮੈਂ ਤੈਨੂੰ ਗੁਰੂ ਦੀ ਗਤ ਦੱਸਦਾ ਹੈ ਕਿ ਗੁਰੂ ਦਾ ਕਾਹਦੇ ਵਾਸਤੇ ਇੱਥੇ ਆਏ ਨੇ। ਉਹ ਠੀਕ ਹੈ, ਕਰਦੇ ਸਭ ਕੁਛ ਹੀ ਹੈ, ਦਿੰਦੇ ਹੈ ਸਭ ਕੁਛ, ਐਸਾ ਨਹੀਂ, ਸਭ ਕੁਛ ਬਖਸ਼ਦੇ ਨੇ,
ਪਰ ਸਤਿਗੁਰਾਂ ਨੇ ਬੜੀ ਵਾਰ ਫਰਮਾਇਆ ਕਿ ਜਿਸ ਤਰ੍ਹਾਂ ਅਸੀਂ ਕਿਸੇ ਦੁਕਾਨ 'ਤੇ ਜਿਸ ਤਰ੍ਹਾਂ ਪਹਿਲਾਂ ਜਾਂਦੇ ਸੀ ਪੁਰਾਣੇ ਜ਼ਮਾਨੇ ਵਿੱਚ ਕਿ ਕੋਈ ਕਿਸੇ ਦੁਕਾਨ 'ਤੇ ਜਾਣਾ ਬੱਚਿਆਂ ਨੇ ਕੋਈ ਸਮਾਨ ਲੈਣਾ, ਕੋਈ ਕਰਿਆਨੇ ਦੀ ਦੁਕਾਨ 'ਤੇ ਜਾਣਾ, ਕਹਿਣਾ ਮੈਨੂੰ ਖੰਡ ਦੇ ਦਿਓ, ਚਾਹ ਪੱਤੀ ਦੇ ਦਿਓ, ਕੁਛ ਲੈ ਕੇ ਸਮਾਨ ਅਤੇ ਫਿਰ ਕਹਿਣਾ ਝੁੰਗਾ ਵੀ ਦਿਓ। ਦੁਕਾਨਦਾਰ ਨੇ ਬਾਕੀ ਸਮਾਨ ਦੇ ਤਾਂ ਪੈਸੇ ਲੈਣੇ ਅਤੇ ਕੁਝ ਝੁੰਗਾ, ਕੁਝ ਟੌਫੀ, ਕੁਝ ਮਖਾਣੇ, ਕੁਝ ਫੁੱਲੀਆਂ ਵੈਸੇ ਉਹਨੂੰ ਦੇ ਦੇਣੀਆਂ, ਉਹਦੇ ਪੈਸੇ ਨਹੀਂ ਸੀ ਲੈਂਦਾ। ਹੁਣ ਸਾਡੇ ਵਾਸਤੇ ਸਭ ਕੁਛ ਇਹੋ ਹੀ ਚੀਜ਼ਾਂ ਨੇ, ਪਰ ਸਤਿਗੁਰ ਜਾਣਦੇ ਨੇ, ਉਹ ਕਹਿੰਦੇ ਕਿ ਇੱਥੇ ਤਾਂ ਕੁਛ ਇਹ ਚੀਜ਼ਾਂ ਦਾ ਕੁਛ ਵੀ ਨਹੀਂ ਹੈਗਾ, ਇੱਥੇ ਰਹਿ ਜਾਣੀਆਂ ਨੇ। ਇਸ ਕਰਕੇ ਉਹ ਇਹਨੂੰ ਸੰਸਾਰੀ ਚੀਜ਼ਾਂ ਨੂੰ ਕੀ ਕਹਿੰਦੇ ਆ, ਝੁੰਗਾ। ਕਹਿੰਦੇ ਤੂੰ ਅਸਲੀ ਚੀਜ਼ ਉਹ ਲੈ, ਪਹਿਲਾਂ ਤੂੰ ਨਾਮ ਜਪ, ਨਾਮ ਲੈ, ਗੁਰੂ ਦੀ ਸ਼ੋਭਾ ਦੇ ਵਿੱਚ ਉਹਦੀ ਡਿਊਟੀ ਕਰ। ਇਹ ਜਿਹੜੀਆਂ ਬਾਕੀ ਸੰਸਾਰੀ ਚੀਜ਼ਾਂ ਨੇ ਇਹ ਤਾਂ ਤੈਨੂੰ ਝੁੰਗੇ 'ਚ ਮਿਲ ਜਾਣੀਆਂ ਨੇ, ਪਰ ਅਸੀਂ ਗੁਰੂ ਦੇ ਪਾਸ ਆ ਕੇ ਝੁੰਗਾ ਮੰਗੀ ਜਾਂਦੇ ਹਾਂ, ਬਾਕੀ ਸਮਾਨ ਲੈਂਦੇ ਕੋਈ ਨਹੀਂ। ਇਸ ਕਰਕੇ ਉਹ ਦੇਰੀ ਹੁੰਦੀ ਹੈ। ਉਹ ਕਹਿੰਦੇ ਨੇ ਕਿ ਪਹਿਲਾਂ ਬਈ ਸਮਾਨ ਲੈ, ਕੋਈ ਜਿਸ ਚੀਜ਼ ਦੀ ਉਹ ਹੱਟੀ ਪਾ ਕੇ ਬੈਠੇ ਨੇ ਉਹ ਵੀ ਤਾਂ ਚੀਜ਼ ਦੀ ਮੰਗ ਹੋਵੇ, ਬਾਕੀ ਚੀਜ਼ਾਂ ਆਪਣੇ ਆਪ ਸਾਰੀਆਂ ਪੂਰੀਆਂ ਹੋ ਜਾਣਗੀਆਂ। ਅਸੀਂ ਉਹਨਾਂ ਚੀਜ਼ਾਂ 'ਚ ਉਲਝੇ ਰਹਿ ਜਾਂਦੇ ਹਾਂ, ਟਾਈਮ ਆਪਣਾ ਖਰਾਬ ਕਰਦੇ ਹਾਂ। ਇਸ ਕਰਕੇ ਫਰਮਾਇਆ ਕਿ ਸਤਿਗੁਰੂ ਗਤ ਅਬ ਸੁਨ ਮੋਸੇ, ਕਹੀ ਜਾਤ ਨਾ ਰੰਚਕ ਮੂੰਹ ਸੇ। ਅੱਗੇ ਫਰਮਾਇਆ ਕਿ 10ਵੇਂ ਮੇਂ ਖੈਂਚੇ 9 ਸੇ। ਅਸੀਂ 9 ਦੁਆਰਾਂ ਦੇ ਵਿੱਚ ਫਸੇ ਪਏ ਹਾਂ, ਇਸ ਤੋਂ ਅੱਗੇ ਸਾਨੂੰ ਕੋਈ ਸੁਝਦਾ ਹੀ ਕੁਛ ਨਹੀਂ ਹੈਗਾ। ਹਰ ਵੇਲੇ ਇਹ 9 ਦੁਆਰਾਂ ਦੇ ਵਿੱਚ ਹੀ ਜੋ ਸਾਡੀਆਂ ਹੈਗੀਆਂ ਇੱਛਾਵਾਂ ਉਹਨੂੰ ਪੂਰੀਆਂ ਕਰਨ ਵਾਸਤੇ ਅਸੀਂ ਉਹੀ ਮੰਗਾਂ ਕਰਦੇ ਰਹਿੰਦੇ ਹਾਂ। ਪਰ ਕਹਿੰਦੇ ਸਤਿਗੁਰ ਕੀ ਕਰਦੇ ਨੇ ਕਿ 10ਵੇਂ ਮੇਂ ਖੈਂਚੇ 9 ਸੇ, ਫਿਰ ਏਕ ਕਰੇ ਤੋਹੇ ਦੋਸੇ। ਹੈ ਤੇ ਇਹ ਪਰਮਾਤਮਾ ਦੀ ਅੰਸ਼ ਹੈ, ਆਤਮਾ ਜਿਹੜੀ ਹੈ ਪਰਮਾਤਮਾ ਦੀ ਅੰਸ਼ ਹੈ, ਪਰ ਆਪਣੇ ਆਪ ਨੂੰ ਭੁੱਲ ਗਈ ਹੈ, ਖਿਆਲ ਪਤ ਨਹੀਂ ਆ ਰਿਹਾ ਉਸ ਚੀਜ਼ ਦਾ। ਉਹ ਕਹਿੰਦੇ ਕਿ ਜਿਹਦੇ ਨਾਲੋਂ ਤੂੰ ਵਿਛੜਿਆ ਹੈ ਉਹਨੂੰ ਮਿਲਾਉਣ ਵਾਸਤੇ ਆਏ ਨੇ। ਤੋਹੇ ਇੱਕ ਮਤਲਬ ਦੋਵਾਂ ਤੋਂ ਇੱਕ ਕਰ ਦਿੰਦੇ ਨੇ। ਹੁਣ ਅਸੀਂ ਦੋ ਹੋਏ ਪਏ ਹਾਂ, ਪਰ ਜਦੋਂ ਇੱਕ ਹੋ ਗਏ, ਜਦੋਂ ਆਤਮਾ ਪਰਮਾਤਮਾ ਦੇ ਵਿੱਚ ਹੀ ਮਿਲ ਗਈ ਤਾਂ ਫਿਰ ਇਹਨੂੰ ਬਈ ਕਿਸੇ ਤਰ੍ਹਾਂ ਦਾ ਇਹਨੂੰ ਕੋਈ ਦੁੱਖ ਹੀ ਨਹੀਂ ਕਿਸੇ ਤਰ੍ਹਾਂ ਦਾ। ਅੱਗੇ ਉਹਨੇ ਫਰਮਾਇਆ ਸ਼ਬਦਾ ਰਸ ਤੋਹੇ ਪਿਲਾਵੇਂ, ਜੰਮਪੁਰ ਸੇ ਫੇਰ ਬਚਾਵੇਂ, ਘਰ ਅਗਮ ਤੋਹੇ ਦਰਸਾਵੇਂ, ਮਾਰਗ ਸਭ ਤੋਹੇ ਲਿਖਾਵੇਂ। ਸਭ ਕੁਛ ਕਰਦੇ ਨੇ ਉਹ, ਪਰ ਜਦੋਂ ਅਸੀਂ ਉਸ ਦੇ ਚਾਹਵਾਨ ਹੋਵਾਂਗੇ। ਹਜੇ ਤਾਂ ਅਸੀਂ ਉਸ ਚੀਜ਼ ਦੇ ਚਾਹਵਾਨ ਹੀ ਨਹੀਂ, ਹਜੇ ਤਾਂ ਕੁਛ ਹੋਰ ਸਾਡੀਆਂ ਚੀਜ਼ਾਂ ਦੀ ਮੰਗਾਂ ਨੇ। ਪਹਿਲਾਂ ਉਹ ਪੂਰੀਆਂ ਹੋਣ ਅਤੇ ਫਿਰ ਹੀ ਅਸੀਂ ਸ਼ਬਦ ਵਾਲੇ ਪਾਸੇ ਚੱਲਾਂਗੇ, ਫਿਰ ਹੀ ਅਸੀਂ ਭਗਤੀ ਵਾਲੇ ਪਾਸੇ ਚੱਲਾਂਗੇ। ਜਦੋਂ ਤੱਕ ਇਹ ਨਹੀਂ ਪੂਰੀਆਂ ਹੁੰਦੀਆਂ ਉਦੋਂ ਤੱਕ ਉਹ ਉੱਧਰ ਮੰਗ ਨਹੀਂ ਸਾਡੀ ਹੁੰਦੀ। ਪਰ ਉਹ ਕਹਿੰਦੇ ਆ ਕਿ ਤੂੰ ਜੋ ਸਤਿਗੁਰ ਕਹਿੰਦੇ ਨੇ ਤੂੰ ਕਰਨਾ ਸ਼ੁਰੂ ਕਰ, ਬਈ ਸਾਰੇ ਕੰਮ ਹੀ ਜਿਹੜੇ ਆ ਉਹ ਦਇਆ ਕਰਕੇ ਹੋ ਜਾਣਗੇ। ਹਾਂਜੀ ਅੱਗੇ ਜੋ ਸੰਗਤ ਉਨ ਕੀ ਕਰਤੇ, ਸੋ ਜਗ ਸੇ ਕਬੀ ਨਾ ਡਰਤੇ। ਜੋ ਬੇਮੁਖ ਗੁਰ ਸੇ ਫਿਰਤੇ, ਸੋ ਭਉ ਸਾਗਰ में गिरते।
ਹੁਣ ਗੱਲ ਭਗਤੀ ਦੀ ਸਾਰੀ ਆ ਰਹੀ ਹੈ, ਕਿਉਂਕਿ ਅਸੀਂ ਆਪਣੇ ਆਪ ਨੂੰ ਪ੍ਰੇਮੀ ਕਹਿੰਦੇ ਹਾਂ, ਭਗਤ ਕਹਿੰਦੇ ਹਾਂ, ਸਿੱਖ ਕਹਿੰਦੇ ਹਾਂ, ਪਰ ਸਤਿਗੁਰਾਂ ਨੇ ਕੀ ਬਚਨ ਫਰਮਾਏ ਕਿ ਜਿਨ ਜਿਨ ਗੁਰ ਭਗਤੀ ਧਾਰੀ ਸੋ ਪਹੁੰਚੇ ਨਿਜ ਦਰਬਾਰੀ। ਕਹਿੰਦੇ ਜਿਹੜਾ ਭਗਤ ਬਣ ਗਿਆ, ਜਿਹਨੇ ਭਗਤੀ ਕੀਤੀ, ਉਹ ਤਾਂ ਬਈ ਆਪਣੇ ਘਰ ਉਸ ਦਰਬਾਰ ਦੇ ਵਿੱਚ ਪਹੁੰਚ ਜਾਏਗਾ। ਪਰ ਗੁਰ ਭਗਤ ਨਾ ਜਿਨ ਕੋ ਪਿਆਰੀ ਤਿਨ ਜੀਤੀ ਬਾਜੀ ਹਾਰੀ। ਜਿਹਨੂੰ ਭਗਤੀ ਨਾਲ ਪਿਆਰ ਨਹੀਂ ਹੈ, ਜਿਹੜਾ ਉਸ ਪਾਸੇ ਨਹੀਂ ਆ ਰਿਹਾ, ਉਹ ਕਹਿੰਦੇ ਕਿ ਸਾਰੀ ਦੁਨੀਆ ਵੀ ਉਹਨੂੰ ਮਿਲ ਜਾਏ। ਜਿਸ ਤਰ੍ਹਾਂ ਸਿਕੰਦਰ ਬਾਦਸ਼ਾਹ ਸੀ, ਉਹਨੇ ਸਾਰੀ ਦੁਨੀਆ ਨੂੰ ਜਿੱਤ ਲਿਆ, ਪਰ ਜਿੱਤ ਕੇ ਵੀ ਉਹ ਹਾਰ ਗਿਆ ਉਸ ਚੀਜ਼ ਤੋਂ। ਇਸੇ ਤਰ੍ਹਾਂ ਬਹੁਤ ਬਹੁਤ ਐਸੇ ਪੁਰਸ਼ ਨੇ ਜਿਨ੍ਹਾਂ ਨੇ ਸਾਰੀ ਦੁਨੀਆ ਦੀ ਦੌਲਤ ਨੂੰ ਪਾਇਆ, ਸਭ ਕੁਝ ਉਹਨਾਂ ਦੇ ਕੋਲ ਹੈ, ਪਰ ਫਿਰ ਵੀ ਸੁੱਖ ਨਹੀਂ ਹੈ। ਇਸ ਕਰਕੇ ਸਤਿਗੁਰੂ ਜੋ ਬਚਨ ਫਰਮਾ ਰਹੇ ਨੇ, ਉਹ ਕਹਿੰਦੇ ਨੇ ਕਿ ਬਈ ਜੋ ਸੰਗਤ ਉਨਕੀ ਕਰਤੇ ਸੋ ਜਗ ਸੇ ਕਭੀ ਨਾ ਡਰਤੇ। ਕਿਸੇ ਵੀ ਚੀਜ਼ ਦਾ ਡਰ ਨਹੀਂ, ਬਈ ਸਤਿਗੁਰਾਂ ਦਾ ਧਿਆਨ ਕਰਕੇ ਉਹਨਾਂ ਦੀ ਸੰਗਤ ਕਰ ਰਹੇ ਨੇ। ਜੋ ਫਰਮਾਉਂਦੇ ਨੇ ਸਿਰਫ ਉਹੀ ਉਹਨਾਂ ਨੂੰ ਸੁਣਾਈ ਦਿੰਦਾ ਹੈ, ਹੋਰ ਦੁਨੀਆ ਦੀਆਂ ਚੀਜ਼ਾਂ ਨਹੀਂ। ਫਿਰ ਕਿਸੇ ਵੀ ਚੀਜ਼ ਦਾ ਕੋਈ ਡਰ ਨਹੀਂ। ਜਿਹੜੇ ਹਮੇਸ਼ਾ ਹੀ ਉਸ ਉਹਦੇ ਧਿਆਨ 'ਚ ਰਹਿੰਦੇ ਨੇ, ਉਹਨਾਂ ਨੂੰ ਦੁਨੀਆ ਤੋਂ ਕੀ ਲੈਣਾ ਦੇਣਾ ਹੈ। ਜੋ ਹੋ ਰਿਹਾ ਉਹਦੀ ਮੌਜ ਦੇ ਵਿੱਚ ਹੋ ਰਿਹਾ। ਅਤੇ ਫਰਮਾਇਆ ਕਿ ਜੋ ਬੇਮੁਖ ਗੁਰ ਸੇ ਫਿਰਤੇ ਸੋ ਭਉ ਸਾਗਰ ਮੇ ਗਿਰਤੇ 84 ਚੱਕਰ ਖਾਵੇਂ ਫਿਰ ਜਨਮ ਜਨਮ ਦੁੱਖ ਪਾਵੇਂ। ਇਸ ਸਾਰਿਆਂ ਕਿਹਨਾਂ ਦੀ ਦਸ਼ਾ ਹੈ ਕਿ ਜਿਹੜੇ ਗੁਰੂ ਦੇ ਬਚਨ ਹੋਣੇ ਨੇ। ਜਿਨ੍ਹਾਂ ਨੂੰ ਸਤਿਗੁਰਾਂ ਦੇ ਬਚਨਾਂ 'ਤੇ ਭਰੋਸਾ ਨਹੀਂ ਬਣਦਾ, ਉਹ ਉਹਨਾਂ ਦੀ ਡਿਊਟੀ ਨਹੀਂ ਕਰ ਰਹੇ, ਉਹ ਫਿਰ ਕਹਿੰਦੇ ਆ ਕਿ 84 'ਚ ਧੱਕੇ ਖਾਂਦੇ ਰਹਿੰਦੇ। ਪਰ ਜਿਹੜਾ ਵੀ ਗੁਰੂ ਦਾ ਬਚਨ ਮੰਨ ਕੇ ਜਿਹਨੂੰ ਭਗਤੀ ਨਾਲ ਪਿਆਰ ਪੈ ਜਾਂਦਾ ਹੈ, ਉਹ ਕਹਿੰਦੇ ਆਪਣੇ ਨਿੱਜ ਘਰ ਨਿੱਜ ਦਰਬਾਰ ਦੇ ਵਿੱਚ ਪਹੁੰਚ ਜਾਂਦਾ ਹੈ, ਉਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਡਰ ਨਹੀਂ ਹੈ। ਅੱਗੇ ਫਰਮਾਇਆ ਕਿ ਗੁਰੂ ਚਰਨਨ ਆਸ਼ਕ ਹੋਣਾ ਇਹ ਬਾਤ ਬੜੀ ਕਿਆ ਕਹਿਣਾ। ਦੁਨੀਆ ਦੇ ਆਸ਼ਕ ਹੋ ਜਾਣਾ ਬੜਾ ਸੌਖਾ ਹੈ। ਇੱਥੋਂ ਦੀਆਂ ਜਿੰਨੀਆਂ ਵਸਤਾਂ ਨੇ, ਇਹਨਾਂ ਦੇ ਆਸ਼ਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈਗੀ। ਇਹ ਮਾਇਆ ਦਾ ਦੇਸ਼ ਹੈ, ਮਾਇਆ ਦਾ ਪ੍ਰਭਾਵ ਹੈ। ਸਾਰੀਆਂ ਚੀਜ਼ਾਂ ਹੀ ਚੰਗੀਆਂ ਲੱਗਦੀਆਂ ਨੇ, ਇੱਕ ਗੁਰਭਗਤੀ ਨਹੀਂ ਸਹੀ ਉਹ ਲੱਗਦੀ। ਉਹ 'ਤੇ ਚੱਲਣ ਵਾਸਤੇ ਸਾਨੂੰ ਕਿੰਨਾ ਪ੍ਰੇਰਿਆ ਜਾਂਦਾ ਹੈ, ਫਿਰ ਵੀ ਨਹੀਂ ਉਹ 'ਤੇ ਚੱਲਿਆ ਜਾਂਦਾ। ਔਰ ਬਾਕੀ ਚੀਜ਼ਾਂ ਵਾਸਤੇ ਕੋਈ ਸਾਨੂੰ ਪ੍ਰੇਰਨ ਦੀ ਲੋੜ ਨਹੀਂ। ਕਿੰਨੇ ਇਸ ਵੇਲੇ ਤੁਸੀਂ ਦੇਖੋ ਕਿ ਸਤਸੰਗ ਹੋ ਰਹੇ ਨੇ, ਕਈ ਜਗ੍ਹਾ 'ਤੇ ਕੀਰਤਨ ਹੋ ਰਿਹਾ, ਕਈ ਕੁਛ ਹੋ ਰਿਹਾ ਹੈ, ਪਰ ਫਿਰ ਵੀ ਦੁਨੀਆ ਪੁੱਠੇ ਪਾਸੇ ਚੱਲੀ ਜਾਂਦੀ। ਹੁਣ ਜਿਹੜੀਆਂ ਬੁਰੀਆਂ ਆਦਤਾਂ ਨੇ, ਉਹਦੇ ਕੋਈ ਸਮਾਰੋਹ ਹੋ ਰਹੇ ਨੇ, ਕੋਈ ਇਕੱਠ ਹੋ ਰਹੇ ਨੇ ਕਿ ਲੈ ਜੀ ਸ਼ਰਾਬ ਪੀਣੀ ਬੜੀ ਚੰਗੀ ਹੈ, ਪੀਆ ਕਰੋ, ਕੋਈ ਸਿਗਰਟ ਪੀਆ ਕਰੋ, ਨਿੰਦਾ ਚੁਗਲੀ ਕਰਿਆ। ਕੌਣ ਸਿਖਾ ਰਿਹਾ ਹੈ? ਕੋਈ ਵੀ ਨਹੀਂ, ਪਰ ਫਿਰ ਵੀ ਅਸੀਂ ਕਰੀ ਜਾ ਰਹੇ ਹਾਂ। ਭਗਤੀ ਵਾਸਤੇ ਦਿਨ ਰਾਤ ਜ਼ੋਰ ਲਗਾਇਆ ਜਾਂਦਾ ਹੈ, ਸਿਖਾਇਆ ਜਾਂਦਾ, ਦੱਸਿਆ ਜਾਂਦਾ ਕਿ ਬਈ ਆਹ ਚੀਜ਼ ਚੰਗੀ ਹੈ, ਚੀਜ਼ ਹੈ, ਉਹਦੇ ਵੱਲ ਫਿਰ ਵੀ ਨਹੀਂ ਚੱਲਿਆ ਜਾਂਦਾ। ਉਹਨੂੰ ਇਸ ਕਰਕੇ ਫਰਮਾਇਆ ਕਿ ਗੁਰ ਚਰਨਨ ਆਸ਼ਿਕ ਹੋਣਾ ਜੇ ਬਾਤ ਬੜੀ ਕਿਆ ਕਹਿਣਾ। ਗੁਰੂ ਚਰਨਾਂ ਦਾ ਆਸ਼ਿਕ ਹੋਣਾ ਕੋਈ ਸੌਖਾ ਨਹੀਂ ਹੈਗਾ। ਬੜੀ ਸਤਿਗੁਰਾਂ ਦੀ ਦਇਆ ਕਿਰਪਾ ਹੋਵੇ, ਕੋਈ ਪਿਛਲਾ ਕੋਈ ਕਰਮਾਂ ਦਾ ਤੇਜ ਤਪ ਹੋਵੇ, ਤੇ ਫਿਰ ਹੀ ਇਸ ਪਾਸੇ ਚੱਲਿਆ ਜਾਂਦਾ ਹੈ। ਹਾਂਜੀ। ਗੁਰ ਲਗੇ ਜਿਸੇ ਅਤ ਪਿਆਰੇ ਤੈਨ ਕੁਲ ਕੁਟੰਬ ਸਭ ਤਾਰੇ ਧਨ ਮਾਤ ਪਿਤਾ ਹੋਨ ਜਨ ਜਿਨ ਭਗਤ ਕਰੀ ਕੁਲ ਤਜ ਕੇ ਜਿਨ ਸਹੀ ਮਲਾਮਤ ਜਗ ਕੀ ਤੈਨ ਮਿਲੀ ਰਾਤ ਸੁਖ ਕਰ ਕੀ ਜੋ ਕੁਲ ਲਾਜ ਜਗਤ ਸੇ ਡਰੇ ਗੁਰ ਭਗਤੀ ਸੇਵੈ ਪੁਨ ਗਿਰੇ ਸੂਰਾ ਰਣ ਸੇ ਕਭੀ ਨਾ ਡਰੇ ਸਤੀ ਸਦਾ ਮੁਰਦੇ ਸੰਗ ਜਰੇ ਰਣ ਛੋੜੇ ਕਾਇਰ ਕਹਿਲਾਏ ਸਤੀ ਫਿਰੇ ਭੰਗੀ ਕਰ ਜਾਏ ਪਪੀਹਾ
मोती आगे, मछली को जैसे जाल तारा, गुरमुख को सतगुर अस प्यारा, जिन पर बख्शिश गुर की होई, गुरमुख ऐसा विरला कोई, राधा स्वामी कही बनाए, सेवक को गुर दिया जगाए। ਰਾਧਾ ਸਵਾਮੀ ਜੀ, ਰਾਧਾ ਸਵਾਮੀ ਜੀ। ਹੁਣ ਸਤਿਗੁਰ ਪੱਕਿਆਂ ਕਰ ਰਹੇ ਨੇ ਉਸ ਆਪਣੇ ਸੰਦੇਸ਼ 'ਤੇ ਫਰਮਾਉਂਦੇ ਨੇ ਕਿ ਗੁਰੂ ਲਗੇ ਜਿਸ ਅਤ ਪਿਆਰੇ ਤਿੰਨ ਕੁੱਲ ਕਟੰਬ ਸਭ ਤਾਰੇ। ਘਰ ਦੇ ਵਿੱਚ ਇੱਕ ਵੀ ਕੋਈ ਗੁਰੂ ਦਾ ਪਿਆਰਾ ਹੋਵੇ, ਉਹ ਕਹਿੰਦੇ ਆਪ ਤੇ ਕੀ ਤਰਨਾ, ਸਾਰੇ ਪਰਿਵਾਰ ਨੂੰ ਹੀ, ਪੂਰੇ ਕੁਟੰਬ ਨੂੰ ਤਾਰ ਦਿੰਦਾ ਹੈ। ਕਿਉਂਕਿ ਉਹਨੂੰ ਉਸ ਚੀਜ਼ ਦਾ ਪਤਾ ਲੱਗ ਜਾਂਦਾ ਹੈ ਅਤੇ ਬਈ ਹਰ ਚੀਜ਼ ਉਹ ਜਿਹੜੀ ਉਹਦੀ ਦਇਆ ਕਿਰਪਾ ਸਤਿਗੁਰਾਂ ਦੀ ਆ, ਹਰ ਇੱਕ ਮੈਂਬਰ ਤੱਕ ਉਹ ਜਿਹੜੀ ਪਹੁੰਚਦੀ ਹੈ। ਕਿਉਂਕਿ ਉਹਨੇ ਗੱਲ ਹੀ ਉਹ ਕਰਨੀ ਹੈ, ਜਿਹੜਾ ਗੁਰੂ ਦਾ ਪਿਆਰਾ ਹੈ, ਉਹਨੇ ਜਿਹਨੂੰ ਸੱਚਾ ਗੁਰੂ ਦਾ ਪਿਆਰਾ ਹੈ, ਉਹਨੂੰ ਹੋਰ ਕੋਈ ਗੱਲ ਆਉਣੀ ਨਹੀਂ, ਕੋਈ ਉਹਨੇ ਹਰ ਵੇਲੇ ਹੀ ਗੁਰੂ ਦੀ ਗੱਲ ਹੀ ਹੋਣੀ ਹੈ। ਔਰ ਜਿੱਥੇ ਹਮੇਸ਼ਾ ਹੀ ਗੁਰੂ ਗੁਰੂ ਹੋ ਰਿਹਾ ਹੈ, ਉੱਥੇ ਹੋਰ ਕੋਈ ਚੀਜ਼ ਕਿੱਦਾਂ ਆ ਸਕਦੀ ਹੈ। ਇਸ ਕਰਕੇ ਫਰਮਾਇਆ ਕਿ ਗੁਰੂ ਲਗੇ ਜਿਸੇ ਅਤ ਪਿਆਰੇ ਤਿੰਨ ਕੁੱਲ ਕਟੰਬ ਸਭ ਤਾਰੇ, ਧੰਨ ਮਾਤ ਪਿਤਾ ਉਨ ਜਨ ਕੇ ਜਿਨ ਭਗਤੀ ਕਰੀ ਕੁੱਲ ਤਜ ਕੇ। ਕਹਿੰਦੇ ਬਈ ਸੂਰਮਾ ਜਿਹੜਾ ਕਿਹਨੂੰ ਕਹਿੰਦੇ ਨੇ, ਕਾਮੀ ਕ੍ਰੋਧੀ ਮਸਕਰਾ ਇਨਸੇ ਭਗਤ ਨਾ ਹੋਏ, ਭਗਤ ਕਰੇ ਕੋਈ ਸੂਰਮਾ ਜਾਤ ਵਰਨ ਕੁਲ ਖੋਏ। ਭਗਤੀ ਵੀ ਕੋਈ ਸੂਰਮਿਆਂ ਦਾ ਕੰਮ ਹੈ। ਇਸ ਕਰਕੇ ਫਰਮਾਉਂਦੇ ਨੇ ਕਿ ਬਈ ਉਹਦੇ ਮਾਤਾ ਪਿਤਾ ਧੰਨ ਨੇ ਕਿ ਜਿੱਦਾਂ ਦਾ ਕੋਈ ਬੱਚਾ ਜਿਹੜਾ ਕੋਈ ਸਭ ਕੁਛ ਦੁਨੀਆ ਦੀ ਉਸ ਚੀਜ਼ਾਂ ਨੂੰ ਛੱਡ ਕੇ ਉਸ ਭਗਤੀ ਵਾਲੇ ਪਾਸੇ ਲੱਗ ਪੈਂਦਾ ਹੈ। ਜਿਹਨੂੰ ਸਤਿਗੁਰੂ ਭਗਤੀ ਬਖਸ਼ ਦਿੰਦੇ ਨੇ, ਉਹਨੂੰ ਸਾਰੀ ਦੁਨੀਆ ਦੀ ਸਾਰੀਆਂ ਚੀਜ਼ਾਂ ਹੀ ਉਹਨੂੰ ਮਿਲ ਗਈਆਂ, ਸਾਰਾ ਸੰਸਾਰ ਹੀ ਉਹਦੀ ਝੋਲੀ 'ਚ ਉਹਦੇ ਪੈ ਗਿਆ। ਅੱਗੇ ਫਰਮਾਇਆ ਕਿ ਜਿਨ ਸਹੀ ਮਲਾਮਤ ਜਗ ਕੀ ਤਿੰਨ ਮਿਲੀ ਰਾਜ ਰਾਸ ਸੁਖ ਕਰ ਕੀ। ਅੱਗੇ ਫਰਮਾਇਆ ਜੋ ਕੁਲ ਲਾਜ ਜਗਤ ਸੇ ਡਰੇ ਗੁਰ ਭਗਤੀ ਵਹਿ ਪੁੰਨ ਗਿਰੇ। ਕਿਉਂਕਿ ਜਿਹੜਾ ਭਗਤੀ ਦੇ ਵਿੱਚ ਚੱਲਦਿਆਂ ਵੀ ਲੋਕ ਲਾਜ ਰੱਖੀ ਫਿਰਦਾ ਹੈ, ਹਜੇ ਵੀ ਉਹਦੇ ਮਨ ਦੇ ਵਿੱਚ ਡਰ ਹੈ। ਕਦੀ ਉਹ ਬੜਾ ਪਿਆਰ ਦਿਖਾਉਂਦਾ ਹੈ, ਕਦੀ ਉਹ ਬੜੇ ਲੰਮੇ ਪੈ ਕੇ ਮੱਥੇ ਟੇਕਦਾ ਹੈ, ਕਦੀ ਉਹ ਜਿਹੜਾ ਆ ਦੁਨੀਆ ਦੀ ਲੋਕ ਲਾਜ ਤੋਂ ਡਰਦਾ ਵੇਖਦਾ ਹੈ ਕਿ ਮੈਂ ਹੁਣ ਇਸੇ ਤਰ੍ਹਾਂ ਹੀ ਕਰ ਦੇਵਾਂ। ਅਤੇ ਬਈ ਉਹ ਕਾਹਦਾ ਉਹਦਾ ਪਿਆਰ ਹੈ, ਉਹ ਤਾਂ ਇੱਕੋ ਤਰ੍ਹਾਂ ਦਾ ਹੀ ਪਿਆਰ ਦੇ ਵਿੱਚ ਵਾਧਾ ਘਟਦਾ ਨਹੀਂ ਹੈ। ਪਿਆਰ ਦੇ ਵਿੱਚ ਤਾਂ ਫਿਰ ਉਹਨੂੰ ਆਪਣਾ ਪਿਆਰਾ ਹੀ ਦਿਖਦਾ ਹੈ, ਉਹਨੂੰ ਹੋਰ ਕੋਈ ਦੁਨੀਆ ਥੋੜ੍ਹਾ ਦਿਖਦੀ ਹੈ। ਜਿਹਨੂੰ ਅਜੇ ਦੁਨੀਆ ਦਿਖ ਰਹੀ ਹੈ, ਆਪਣਾ ਯਾਰ ਨਹੀਂ ਦਿਖ ਰਿਹਾ, ਆਪਣਾ ਪਿਆਰ ਨਹੀਂ ਦਿਖ ਰਿਹਾ, ਅਤੇ ਬਈ ਉਹ ਅਜੇ ਕੋਈ ਆਸ਼ਿਕ ਨਹੀਂ ਬਣਿਆ। ਅੱਗੇ ਫਰਮਾਇਆ ਕਿ ਜੋ ਕੁਲ ਲਾਜ ਜਗਤ ਸੇ ਡਰੇ ਗੁਰ ਭਗਤੀ ਮੇਂ ਵਹਿ ਪੁੰਨ ਗਿਰੇ, ਸੂਰਾ ਰਣ ਸੇ ਕਭੀ ਨਾ ਡਰੇ ਸਤੀ ਸਦਾ ਮੁਰਦੇ ਸੰਗ ਜਾਰੇ। ਕਹਿੰਦੇ ਜਿਹੜਾ ਸੂਰਮਾ ਹੈ, ਜਿਹੜਾ ਇੱਕ ਵਾਰੀ ਮੈਦਾਨ 'ਚ ਜਦੋਂ ਆ ਗਿਆ ਅਤੇ ਬਈ ਫਿਰ ਪਛਾਣ ਨਹੀਂ ਪੈਰ ਹਟਾਉਂਦਾ। ਇਸੇ ਤਰ੍ਹਾਂ ਜਦੋਂ ਅਸੀਂ ਭਗਤੀ ਮਾਰਗ ਦੇ ਵਿੱਚ ਆਉਂਦੇ ਹਾਂ ਅਤੇ ਅਸੀਂ ਕੀ ਸੋਚ ਕੇ ਆਉਂਦੇ ਹਾਂ, ਬੜੇ ਮਾਣ ਨਾਲ ਅਸੀਂ ਕਹਿੰਦੇ ਹਾਂ ਮਹਾਰਾਜ ਸਾਨੂੰ ਨਾਮ ਦਿਓ, ਸਾਨੂੰ ਭਗਤੀ ਦਿਓ, ਅਤੇ ਫਿਰ ਬਾਅਦ ਦੇ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਪੈਰ ਪਿੱਛੇ ਹਟਾਉਂਦੇ ਹਾਂ। ਕਹਿੰਦੇ ਇਹ ਸੂਰਮਿਆਂ ਦੇ ਕੰਮ ਨਹੀਂ ਹੈ। ਫਿਰ ਬਈ ਅੱਗੇ ਵੱਧਦੇ ਜਾਣਾ ਹੈ ਉਸ ਚੀਜ਼ ਦੇ ਵਿੱਚ। ਜਿਹੜੇ ਕੋਈ ਮਗਰ ਨੂੰ ਮੁੜ ਕੇ ਆ ਜਾਂਦੇ ਨੇ, ਉਹਨਾਂ ਨੂੰ ਲੋਕ ਕਾਇਰ ਕਹਿੰਦੇ ਨੇ। ਇਸ ਕਰਕੇ ਫਰਮਾਉਂਦੇ ਨੇ ਕਿ ਬਈ ਸੂਰਾ ਰਣ ਸੇ ਕਭੀ ਨਾ ਡਰੇ, ਸੂਰਮੇ ਬਣ ਕੇ ਸਤਿਗੁਰਾਂ ਨੇ ਫਰਮਾਉਣਾ ਭਗਤੀ ਕਰਨੀ ਹੈ। ਦੁਨੀਆ ਦੀ ਲੋਕ ਲਾਜ ਜਾਂ ਇਹਨਾਂ ਚੀਜ਼ਾਂ ਨੂੰ ਨਹੀਂ, ਜੋ ਸਤਿਗੁਰਾਂ ਦੇ ਵਚਨ ਨੇ ਉਹ ਸਾਨੂੰ ਸੁਣ। ਦੁਨੀਆ ਦੀਆਂ ਗੱਲਾਂ ਸਾਨੂੰ ਸੁਣਦੀਆਂ ਨੇ, ਦੁਨੀਆ ਦਾ ਹਰ ਚੀਜ਼ ਸਾਨੂੰ ਦਿਖਾਈ ਦਿੰਦੀ ਹੈ। ਜੋ ਗੁਰੂ ਕਹਿੰਦਾ ਉਹ ਸਾਨੂੰ ਸੁਣਦਾ ਹੀ ਨਹੀਂ, ਕਦੀ ਉਹ ਦਿਖਾਈ ਨਹੀਂ ਦਿੰਦਾ। ਜੋ ਗੁਰੂ ਦਿਖਾਉਣਾ ਚਾਹੁੰਦਾ ਹੈ ਉਹਨੂੰ ਅਸੀਂ ਦੇਖਦੇ ਨਹੀਂ ਹੈ, ਜੋ ਗੁਰੂ ਸੁਣਾਉਣਾ ਚਾਹੁੰਦਾ ਹੈ ਉਹ ਅਸੀਂ ਸੁਣਦੇ ਨਹੀਂ ਹੈ। ਦੁਨੀਆ ਦੀਆਂ ਗੱਲਾਂ ਸਾਨੂੰ ਸਭ ਕੁਝ ਸੁਣਦੀਆਂ ਨੇ। ਕਈ ਸਤਸੰਗੀ ਜਿਹੜੇ ਨੇ
20 ਸਾਲ 30 ਸਾਲ ਹੋ ਗਏ ਤੇ ਫਿਰ ਕੀ ਕਹਿਣਗੇ ਬਈ ਅਸੀਂ ਫਲਾਣੀ ਜਗ੍ਹਾ ਤੋਂ ਆਹ ਗੱਲ ਸੁਣੀ, ਫਲਾਣੇ ਮਹਾਤਮਾ ਦੇ ਇਸ ਤਰ੍ਹਾਂ ਦੇ ਪ੍ਰਵਚਨ ਸੁਣੇ, ਉਹ ਫਲਾਣੇ ਨੇ ਆਹ ਕਿਹਾ। ਆਪਣੇ ਗੁਰੂ 'ਤੇ ਵਿਸ਼ਵਾਸ ਨਹੀਂ ਆਇਆ ਕਦੇ। ਜਿਹੜਾ ਭਟਕਦਾ ਹੈ ਉਹ ਭਟਕਦਾ ਹੀ ਰਹਿੰਦਾ, ਉਹ ਕਦੀ ਰੁਕਦਾ ਹੀ ਨਹੀਂ ਕਦੀ ਕਿਸੇ ਜਗ੍ਹਾ 'ਤੇ। ਇਸ ਕਰਕੇ ਕਹਿੰਦੇ ਸੂਰਮੇ ਬਣ ਕੇ ਭਗਤੀ ਕਰਨੀ ਹੈ। ਕਿ ਫਰਮਾਇਆ ਕਿ ਮਿਸਾਲਾਂ ਦੇ ਰਹੇ ਨੇ ਕਿਹਨਾਂ ਦੀਆਂ, ਦੇਖੋ ਕਹਿੰਦੇ ਪਪੀਹਾ ਆਪਣਾ ਪਨ ਨਹੀਂ ਤਿਆਗੇ, ਜਲੇ ਪਤੰਗਾ ਜੋਤੀ ਆਗੇ। ਛੋਟੇ ਛੋਟੇ ਕਹਿੰਦੇ ਕੀ ਇਹ ਹੈਗੇ ਨੇ ਪੰਛੀ, ਕੀ ਕਿਹੜੇ ਕਹਿੰਦੇ ਪਪੀਹਾ ਆਪਣਾ ਪਨ ਨਹੀਂ ਤਿਆਗੇ, ਜੋ ਮਰਜ਼ੀ ਹੁੰਦਾ ਫਿਰੇ, ਉਹ ਨਹੀਂ ਹੋਰ ਕਿਸੇ ਚੀਜ਼ ਨੂੰ ਮਨਜ਼ੂਰ ਕਰਦਾ। ਸਤਿਗੁਰਾਂ ਨੇ ਕਿੰਨੀ ਵਾਰ ਫਰਮਾਇਆ ਕਿ ਪਾਣੀ ਭਾਵੇਂ ਉਹ ਜਿੰਨਾ ਮਰਜ਼ੀ ਹੋਵੇ, ਜਿਸ ਤਰ੍ਹਾਂ, ਅਤੇ ਉਹ ਜਿਹਨੇ ਸਵਾਂਤ ਬੂੰਦ ਨੂੰ ਲੈਣਾ ਉਹਨੇ ਉਹਨੂੰ ਹੀ ਲੈਣਾ ਹੈ। ਜਿਹੜਾ ਪਿਆਰ ਜਿੱਥੇ ਵੀ ਪੈ ਗਿਆ ਬਸ ਉਹਦੇ ਨਾਲ ਹੀ ਉਹਨੂੰ ਸੰਤੁਸ਼ਟੀ ਮਿਲਦੀ ਹੈ, ਹੋਰ ਕਿਸੇ ਚੀਜ਼ ਨਾਲ, ਹੋਰ ਕਿਸੇ ਚੀਜ਼ ਦੀ ਉਹਨੂੰ ਮੰਗ ਹੀ ਨਹੀਂ। ਇਸੇ ਤਰ੍ਹਾਂ ਹੀ ਸਾਨੂੰ ਵੀ ਜੇ ਮਨ ਦੇ ਵਿੱਚ ਭਗਤੀ ਦੀ ਚਾਹ ਹੋਵੇ, ਸਤਿਗੁਰਾਂ ਨਾਲ ਪਿਆਰ ਹੋਵੇ, ਅਤੇ ਫਿਰ ਦੂਸਰਿਆਂ ਦੁਨੀਆ ਤੋਂ ਅਸੀਂ ਕੀ ਲੈਣਾ ਹੈ। ਜੋ ਮਰਜ਼ੀ ਹੁੰਦਾ ਫਿਰ ਕਿ ਜਲੇ ਪਤੰਗਾ ਜੋਤੀ ਆ ਗਏ। ਉਹਨੂੰ ਪਤਾ ਹੁੰਦਾ ਪਤੰਗੇ ਨੂੰ ਕਿ ਬਈ ਮੈਂ ਵਿੱਚ ਗਿਆ ਅਤੇ ਵਾਪਸ ਨਹੀਂ ਆਉਣਾ, ਪਰ ਉਹਦਾ ਇੰਨਾ ਪਿਆਰ ਹੈ, ਉਹ ਆਪਣੀ ਜਾਨ ਦੇ ਦਿੰਦਾ, ਕੁਰਬਾਨੀ ਕਰ ਦਿੰਦਾ ਹੈ, ਪਰ ਉਹ ਤੋਂ ਪਿਛਾਂਹ ਨਹੀਂ ਹਟਦਾ। ਅੱਗੇ ਫਰਮਾਇਆ ਕਿ ਮਛਲੀ ਕੋ ਜੈਸੇ ਜਲਧਾਰਾ, ਗੁਰਮੁਖ ਕੋ ਸਤਿਗੁਰ ਪਿਆਰਾ। ਮੱਛੀ ਨੂੰ ਪਾਣੀ 'ਚੋਂ ਕੱਢ ਕੇ ਭਾਵੇਂ ਦੁੱਧ 'ਚ ਪਾ ਦਈਏ, ਭਾਵੇਂ ਹੋਰ ਕਿਸੇ 'ਚ ਪਾ ਦਈਏ, ਉਹ ਕਹਿੰਦੇ ਕਿ ਨਹੀਂ, ਜਿੰਦੀ ਨਹੀਂ ਰਹਿੰਦੀ। ਪਾਣੀ ਨੂੰ ਮਛਲੀ ਨਾਲ ਹੀ ਪਿਆਰ ਹੈ। ਪਾਣੀ ਤੋਂ ਵੱਖਰਿਆਂ ਨਿਕਲਦਿਆਂ ਸਾਰੀ ਉਹ ਆਪਣੇ ਤੜੋ ਕੇ ਜਾਨ ਦੇ ਦਿੰਦੀ ਹੈ। ਅਸੀਂ ਆਪਣੇ ਆਪ ਨੂੰ ਆਸ਼ਿਕ ਕਹਿੰਦੇ ਹਾਂ, ਅਸੀਂ ਆਪਣੇ ਆਪ ਨੂੰ ਸੇਵਕ ਕਹਿੰਦੇ ਹਾਂ, ਪਰ ਕਿੰਨੀ ਦੇਰ ਵਿਛੜੇ, ਸਾਨੂੰ ਯਾਦ ਹੀ ਨਹੀਂ ਆਉਂਦੀ ਉਸ ਚੀਜ਼ ਦੀ ਕਿ ਅਸੀਂ ਵਿਛੜੇ ਪਏ ਹਾਂ। ਮੱਛੀ ਨੂੰ ਪਾਣੀ 'ਚੋਂ ਕੱਢਦਿਆਂ ਸਾਰ ਹੀ ਉਹ ਤੜਫਣਾ ਸ਼ੁਰੂ ਹੋ ਜਾਂਦੀ ਹੈ। ਸਤਿਗੁਰਾਂ ਨੇ ਫਰਮਾਉਣਾ ਕਿ ਅਸੀਂ ਆਪਣੇ ਵੱਲ ਦੇਖੀਏ, ਕਿੰਨੀ ਦੇਰ ਕਦੀ ਖਿਆਲ ਹੀ ਨਹੀਂ ਆਉਂਦਾ, ਮਨ 'ਚ ਆਉਂਦਾ ਹੀ ਨਹੀਂ ਕਿ ਬਈ ਕੋਈ ਭੁੱਖ, ਕੋਈ ਤੜਫ, ਕੋਈ ਪਿਆਸ ਕੋਈ ਹੈ ਹੀ ਨਹੀਂ। ਜਿਨ੍ਹਾਂ ਦੀ ਐਸੀ ਹਾਲਤ, ਉਹਨਾਂ ਨੇ ਆਪਣੇ ਲਿਖਿਆ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਤਾ। ਇੱਕ ਘੜੀ ਵੀ ਉਹਨਾਂ ਨੇ ਕਿਹਾ ਕਿ ਨਹੀਂ ਮਿਲਦੇ, ਤੁਸੀਂ ਮੇਰੇ ਸਾਹਮਣੇ ਨਹੀਂ ਹੁੰਦੇ, ਅਤੇ ਬਈ ਮੇਰੇ ਵਾਸਤੇ ਤਾਂ ਕਲਯੁੱਗ ਸਟਾਰਟ ਹੋ ਜਾਂਦਾ ਹੈ। ਸਾਨੂੰ ਕੋਈ ਫਰਕ ਹੀ ਨਹੀਂ ਪੈਂਦਾ। ਇਹਦਾ ਮਤਲਬ ਕਿ ਪ੍ਰੇਮ ਨਹੀਂ ਅਜੇ ਹੈਗਾ, ਔਰ ਜਦੋਂ ਤੱਕ ਪ੍ਰੇਮ ਨਹੀਂ ਹੈਗਾ ਉਦੋਂ ਤੱਕ ਗੱਲ ਨਹੀਂ ਬਣਨੀ, ਜੋ ਮਰਜ਼ੀ ਅਸੀਂ ਕਰੀ ਜਾਈਏ, ਕਿਉਂਕਿ ਇਹ ਰਸਤਾ ਹੀ ਪ੍ਰੇਮ ਨਾਲ ਕਿਹਾ ਕਿ ਸਾਚ ਕਹੋ ਸੁਣ ਲਿਓ ਸਭੇ, ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ। ਜਦੋਂ ਤੱਕ ਪ੍ਰੇਮ ਨਹੀਂ ਆਇਆ ਅਤੇ ਬਈ ਉਸ ਪ੍ਰਭੂ ਦਾ ਸਾਨੂੰ ਕੋਈ ਸ਼ੋਅ ਪਤਾ ਨਹੀਂ ਲੱਗਣਾ ਹੈਗਾ। ਬਾਕੀ ਚੀਜ਼ਾਂ ਜਿੰਨੀਆਂ ਨੇ ਠੀਕ ਹੈ, ਇਹ ਸਾਰੇ ਰਸਤੇ 'ਚ ਜਿਸ ਤਰ੍ਹਾਂ ਇੱਕ ਸੀੜੀ ਹੈ ਇੱਕ ਚੀਜ਼, ਪਰ ਪ੍ਰੇਮ ਇਹਦਾ ਮੂਲ ਹੈ। ਇਸ ਕਰਕੇ ਪਹਿਲਾਂ ਆਪਣੇ ਅੰਦਰ ਪ੍ਰੇਮ ਪੈਦਾ ਕਰਨਾ ਹੈ। ਜਦੋਂ ਤੱਕ ਸਾਡੇ ਅੰਦਰ ਭੁੱਖ ਜਾਂ ਤੜਫ ਨਹੀਂ ਆਉਂਦੀ, ਫਿਰ ਬਈ ਸਾਨੂੰ ਕੋਈ ਚੀਜ਼, ਹੁਣ ਜਿਸ ਤਰ੍ਹਾਂ ਭੁੱਖ ਨਾ ਲੱਗੀ ਹੋਵੇ ਅਤੇ ਸਾਡੇ ਸਾਹਮਣੇ ਛੱਤੀ ਪਦਾਰਥ ਕੋਈ ਲਈ ਆਵੇ, ਸਾਡਾ ਦਿਲ ਹੀ ਨਹੀਂ ਕਰਦਾ, ਮਜ਼ਾ ਹੀ ਨਹੀਂ ਆਉਂਦਾ ਉਸ ਚੀਜ਼ ਦਾ। ਭੁੱਖ ਲੱਗੀ ਹੋਵੇ ਅਤੇ ਚਾਹ ਨਾਲ ਵੀ ਕੋਈ ਚਾਰ ਨਾਲ ਵੀ ਫੁਲਕਾ ਮਿਲ ਜਾਏ, ਬੰਦਾ ਕਹਿੰਦਾ ਆਹ ਕਿਆ ਆਨੰਦ ਆ ਗਿਆ ਯਾਰ, ਕਿਉਂਕਿ ਭੁੱਖ ਲੱਗੀ। ਜੇ ਦਰਸ਼ਨਾਂ ਦੀ ਤਾਂਘ ਹੋਵੇ, ਕੋਈ ਮਿਲਾਪ ਦੀ ਕੋਈ ਹੋਵੇ, ਤੜਫ ਹੋਵੇ, ਅਤੇ ਫਿਰ ਤੈਨੂੰ ਪਤਾ ਲੱਗੇਗਾ ਮਿਲ ਕੇ। ਜੇ ਨਹੀਂ ਹੋਏਗਾ ਤਾਂ ਫਿਰ ਇਹਨੂੰ ਕੀ ਹੈ, ਫਿਰ ਬਈ ਸਾਰੀ ਦੁਨੀਆ ਚੱਲਦੀ ਪਈ ਹੈ। ਇਸ ਕਰਕੇ ਮੈਂ ਕਿ ਮਛਲੀ ਕੋ ਜੈਸੇ ਜਲਧਾਰਾ, ਗੁਰਮੁਖ ਕੋ ਸਤਿਗੁਰ ਰਸ ਪਿਆਰਾ। ਜਿਸ ਤਰ੍ਹਾਂ ਦਾ ਮੱਛੀ ਦਾ ਪਾਣੀ ਨਾਲ ਪਿਆਰ ਹੈ, ਕਹਿੰਦੇ ਇਸ ਤਰ੍ਹਾਂ ਦਾ ਗੁਰਮੁਖ ਦਾ ਆਪਣੇ ਸਤਿਗੁਰਾਂ ਦੇ ਨਾਲ ਪਿਆਰ ਹੋਵੇ। ਜਿਸ ਤਰ੍ਹਾਂ ਮੱਛੀ ਪਾਣੀ 'ਚੋਂ ਬਾਹਰ ਆਉਂਦਿਆਂ ਤੜਫਣਾ ਸ਼ੁਰੂ ਕਰ ਦਿੰਦੀ ਆ, ਗੁਰੂ ਦੀ ਯਾਦ ਵਿੱਚੋਂ ਥੋੜ੍ਹੀ ਜਿਹੀ ਵਿਛੜੇ, ਇਹਦੇ ਅੰਦਰ ਤੜਫਣਾ ਲੱਗ ਜਾਵੇ, ਪਰ ਇਹਨੂੰ ਬਾਕੀ ਦੁਨੀਆ ਦੀ ਚੀਜ਼ਾਂ ਦੀ ਤੜਫਣਾ ਹੈਗੀ ਹੈ ਸਾਰੀ, ਗੁਰੂ ਵਾਲੀ ਤਾਂ ਕੋਈ ਤੜਫਣਾ ਹੈ ਨਹੀਂ। ਫਿਰ ਅਸੀਂ ਕਹਿੰਦੇ ਅਸੀਂ ਗੁਰਮੁਖ ਹਾਂ, ਅਸੀਂ ਬਈ ਪਿਆਰੇ ਹਾਂ, ਅਸੀਂ ਸਿੱਖ ਹਾਂ। ਸਤਿਗੁਰ ਨਹੀਂ ਇਸ ਚੀਜ਼ ਨੂੰ ਮੰਨਦੇ। ਅੱਗੇ ਫਰਮਾਇਆ ਕਿ ਜਿਨ ਪਰ ਬਖਸ਼ਿਸ਼ ਗੁਰੂ ਕੀ ਹੋਈ, ਗੁਰਮੁਖ ਐਸਾ ਵਿਰਲਾ ਕੋਈ। ਰਾਧਾ ਸੁਆਮੀ ਕਹੇ ਬਣਾਏ, ਸੇਵਕ ਕੋ ਗੁਰੂ ਦੀਆ ਜਗਾਏ। ਕਹਿੰਦੇ ਕਿ ਬਈ ਸਤਿਗੁਰ ਤਾਂ ਹਮੇਸ਼ਾ ਸਾਨੂੰ ਜਗਾਉਂਦੇ ਰਹਿੰਦੇ ਨੇ। ਅਸੀਂ ਫਿਰ ਗਫਲਤ ਦੀ ਨੀਂਦ ਸੌਂ ਜਾਂਦੇ ਹਾਂ, ਸਭ ਕੁਛ ਜਾਣਦੇ ਹੋਏ, ਸੁਣਦੇ ਹੋਏ, ਪਤਾ ਸਭ ਕੁਛ ਹੈ, ਪਰ ਫਿਰ ਵੀ ਉਹ ਐਸੀ ਉਹ ਜਿਹੜੀ ਬੇਹੋਸ਼ੀ ਛਾਈ ਰਹਿੰਦੀ ਹੈ ਕਿ ਕਿੰਨੀ ਦੇਰ ਲੰਘ ਜਾਂਦੀ ਹੈ, ਖਿਆਲ ਹੀ ਨਹੀਂ ਆਉਂਦਾ। ਫਿਰ ਜਦੋਂ ਕੋਈ ਝਟਕਾ ਲੱਗਦਾ ਚੰਗੀ ਤਰ੍ਹਾਂ, ਫਿਰ ਕਹਿੰਦੇ ਹਾਂ ਪਤਾ ਲੱਗ ਗਿਆ ਹੁਣ ਦੁਨੀਆ 'ਚ ਕੋਈ ਨਹੀਂ ਆਪਣਾ ਹੈਗਾ। ਫਿਰ ਕਹਿੰਦੇ ਪਤਾ ਲੱਗਦਾ।
पर वो बस जिन्नी कुछ देर होंदा उन्नी कुछ देर पता, फिर उस नींद 'च फिर सौ जाने, फिर बेहोशी आ जाती है, फिर जो मर्जी है उस तरह ਚੱਲਣ ਲੱਗ ਪੈਂਦਾ। तो वो सानू जगा रहे हैं कि बई जागी ਹੁਣ ਸਮਾਂ ਜਿਹੜਾ रोज़ ਲੰਘਦਾ जा रहा, पल पल करके निकलता जा रहा है, ये वापस नहीं आना। काम करते चलते रहने, असी होईए ना होईए, दुनिया रुकती पई है। ये दुनिया साडे आउण तो पहलां भी चल रही सी, हुण भी चल रही है, ने गांह भी चली जाना है। ਇਹਦੀ ਟੈਨਸ਼ਨ ਨਾ ਲਈਏ ਕੋਈ, ਅਸੀਂ ਆਪਣਾ ਫਿਕਰ ਕਰੀਏ ਕਿ ਸਾਨੂੰ ਜਿਹੜਾ ਸਮਾਂ ਮਿਲਿਆ ਹੈ ਕਿ ਅਸੀਂ ਉਹਦੇ ਤੋਂ ਫਾਇਦਾ ਉਠਾ ਲਿਆ। ਹੈ ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤਨੀ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿਹੜੀ ਗੋਬਿੰਦ ਮਿਲਣ ਦੀ ਬਰੀਆ ਸੀ, ਜਿਹੜਾ ਇਹ ਮਨੁੱਖ ਚੋਲਾ ਮਿਲਿਆ ਸੀ, ਇਹਦੇ ਵਿੱਚ ਉਹ ਕੰਮ ਕਰ ਲਿਆ ਕਿ ਇੰਨਾ ਵਿਸ਼ਵਾਸ ਭਰੋਸਾ ਹੋ ਗਿਆ ਕਿ ਬਈ ਹੁਣ ਵਿਛੋੜਾ ਨਹੀਂ ਹੈਗਾ, ਹੁਣ ਤਾਂ ਬਈ ਸਹੀ ਨਾਲ ਆ। ਇੱਥੇ ਚੱਲਦਿਆਂ ਵੀ ਗੁਰੂ ਇੱਕ ਪਲ ਨਹੀਂ ਵਿਛੜਦਾ ਪਿਆ, ਤੇ ਗਾਂਹ ਕਿੱਦਾਂ ਵਿਛੜੇਗਾ? ਜਿਹਦਾ ਇੱਥੇ ਵਿਛੜਿਆ ਪਿਆ ਆ, ਉਹ ਗਾਂਹ ਕਿੱਦਾਂ ਮਿਲੇਗਾ ਉਹਨੂੰ? ਕਈ ਵਾਰ ਦੱਸਿਆ ਹੈ ਕਿ ਅਸੀਂ ਇੱਥੇ ਦੁਨੀਆ ਦੇ ਕੰਮ ਕਰਦੇ ਹਾਂ, ਪੜ੍ਹਾਈ ਕਰਦੇ ਹਾਂ, ਕੁਛ ਵੀ ਕੰਮ ਕਰਦੇ ਹਾਂ, ਅਤੇ ਅਸੀਂ ਕਹਿੰਦੇ ਹਾਂ ਕਿ ਪੜ੍ਹਾਈ ਕਰਕੇ ਬਈ ਹੁਣ ਅਸੀਂ ਵਕੀਲ ਬਣਨਾ ਹੈ, ਹੁਣ ਅਸੀਂ ਜੱਜ ਬਣਨਾ ਹੈ, ਹੁਣ ਅਸੀਂ ਪੁਲਿਸ 'ਚ ਨੌਕਰੀ ਕਰਨੀ ਹੈ। ਕਦੀ ਇਹ ਕਿਹਾ ਹੈ ਕਿ ਨਹੀਂ ਪੜ੍ਹਾਈ ਤਾਂ ਬਹੁਤ ਹੈਗੀ ਹੈ? ਬੰਦਾ ਕਹੇ ਕਿ ਨਹੀਂ ਆਹ ਜਿਹੜਾ ਉਮਰ ਹੈ ਨਾ, ਆਹ ਜਿਹੜੀ ਜੀਵਨ ਮਿਲਿਆ, ਇਹ ਤਾਂ ਮੈਂ ਸਾਰੀ ਪੜ੍ਹਾਈ ਕਰਨੀ ਆ ਅਤੇ ਅਗਲੇ ਜਨਮ 'ਤੇ ਮੈਂ ਤਾਂ ਨਾ ਵੱਡਾ ਅਫਸਰ ਲੱਗਣਾ ਅਗਲੇ ਜਨਮ 'ਚ। ਕਦੀ ਇੱਦਾਂ ਹੋਇਆ? ਕਦੀ? ਜੇ ਪੜ੍ਹਾਈ ਇਸ ਜਨਮ 'ਚ ਹੋ ਰਹੀ ਹੈ ਤਾਂ ਇਸੇ ਜਨਮ 'ਚ ਹੀ ਕੋਈ ਜੋ ਬਣਨਾ ਹੈ, ਇਸੇ ਜਨਮ 'ਚ ਹੀ ਬਣਨਾ ਹੈ। ਅਤੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਜੇ ਸੁੱਖ ਮਿਲੇਗਾ ਤਾਂ ਹੁਣ ਹੀ ਮਿਲੇਗਾ, ਮੁਕਤੀ ਹੋਏਗੀ ਅਤੇ ਜਿੰਦਿਆਂ ਜੀ ਮਿਲੇਗੀ, ਗੁਰੂ ਮਿਲੇਗਾ ਅਤੇ ਵੀ ਜਿੰਦਿਆਂ ਜੀ ਹੀ ਪਹਿਲਾਂ ਮਿਲੇਗਾ। ਇਹਨੂੰ ਵਿਸ਼ਵਾਸ ਭਰੋਸਾ ਹੋ ਜਾਏਗਾ ਕਿ ਗੁਰੂ ਮੇਰੇ ਨਾਲ ਦਿਖ ਰਿਹਾ। ਜੇ ਇਹਨੂੰ ਹੁਣ ਨਹੀਂ ਮਿਲ ਰਿਹਾ ਤਾਂ ਇਹ ਸੋਚਦਾ ਹੈ ਕਿ ਮੈਨੂੰ ਮਰ ਕੇ ਗੁਰੂ ਮਿਲੇਗਾ। ਗੁਰੂ ਮਹਾਰਾਜ ਦੇ ਸਾਫ਼ ਬਚਨ ਕੀਤੇ ਕਿ ਬਈ ਮਰ ਕੇ ਮੁਕਤੀ ਨਹੀਂ ਕਿਸੇ ਨੂੰ ਮਿਲਦੀ, ਜਿਹਨੂੰ ਮਿਲੀ ਹੈ ਜਿੰਦਿਆਂ ਜੀ ਮਿਲੀ ਹੈ। ਇਹਦੇ ਅੰਦਰ ਤੱਕ ਉਹ ਧਸਾ ਦਿੰਦੇ ਆ ਕਿ ਗੁਰੂ ਤੇਰੇ ਨਾਲ ਹੈ। ਬਈ ਪਤਾ ਚੱਲ ਜਾਂਦਾ ਹੈ ਕਿ ਗੁਰੂ ਸਾਹ ਨਾਲ ਸਾਹ ਲੈ ਰਿਹਾ ਹੈ, ਮੇਰੇ ਅੰਗ ਸੰਗ ਹੈ ਹਮੇਸ਼ਾ। ਫਿਰ ਕੋਈ ਡਾਵਾਂ ਡੋਲੀ ਨਹੀਂ, ਜੋ ਮਰਜ਼ੀ ਹੁੰਦਾ ਸੰਸਾਰ, ਖਬਰਾਂ ਪੜ੍ਹਦੇ ਹਾਂ, ਸੁਣਦੇ ਹਾਂ। ਕੋਈ ਕਹਿੰਦਾ ਜੀ ਦੁਨੀਆ ਖਤਮ ਹੋ ਜਾਣੀ, ਕੋਈ ਕਹਿੰਦਾ ਪਾਣੀ ਖਤਮ ਹੋ ਜਾਣਾ, ਕੋਈ ਕਹਿੰਦਾ ਆਕਸੀਜਨ ਖਤਮ ਹੋ ਜਾਣੀ ਹੈ। ਅਸੀਂ ਕੀ ਲੈਣਾ ਇਸ ਚੀਜ਼ ਤੋਂ? ਇਹਨੂੰ ਕਿਸੇ ਚੀਜ਼ ਦਾ ਆਧਾਰ ਨਹੀਂ ਹੈ। ਇਹਨੂੰ ਨਾ ਆਕਸੀਜਨ ਦਾ ਆਧਾਰ ਹੈ, ਨਾ ਪਾਣੀ ਦਾ ਆਧਾਰ ਹੈ, ਨਾ ਭੋਜਨ ਦਾ ਆਧਾਰ ਹੈ। ਇਹਨੂੰ ਉਸ ਨਾਮ ਦਾ ਆਧਾਰ ਹੈ। ਵੀ ਫਿਰ ਇਹਨੂੰ ਕਾਹਦੀ 'ਚ ਫਿਕਰ ਹੈ? ਪਰ ਅੱਜ ਜਦੋਂ ਤੱਕ ਆਧਾਰ ਦੁਨੀਆ ਦੀ ਚੀਜ਼ਾਂ ਦੇ ਹੈਗੇ ਨੇ, ਉਦੋਂ ਤੱਕ ਫਿਰ ਡਰ ਲੱਗੇਗਾ ਹੀ ਲੱਗੇਗਾ। ਜੇ ਇਹਨੂੰ ਗੁਰੂ ਦਾ ਆਧਾਰ ਹੋਏਗਾ ਕਿ ਮੇਰਾ ਗੁਰੂ ਮੇਰੇ ਪਾਸ ਹੋਣਾ ਚਾਹੀਦਾ, ਜਿਸ ਤਰ੍ਹਾਂ ਕਿਹਾ ਮਛਲੀ ਕੋ ਜੈਸੇ ਜਲਦਾਰਾ, ਜੇ ਮਛਲੀ ਵਾਂਗੂ ਇਹਦਾ ਪਿਆਰ ਬਣ ਜਾਏਗਾ। ਇਹਨੂੰ ਸਿਰਫ ਗੁਰੂ ਚਾਹੀਦਾ ਹੈ, ਅਤੇ ਫਿਰ ਗੁਰੂ ਦੇ ਇਹਦੇ ਨਾਲ ਹੀ, ਪਹਿਲਾਂ ਹੀ ਨਾਲ ਹੈ। ਫਿਰ ਇਹਨੂੰ ਚਾਹੀਦਾ ਕੀ? ਫਿਰ ਕਿਤੇ ਗਿਆ ਕਿਤੇ? ਫਿਰ ਗੁਰੂ ਇਹਦੇ ਨਾਲ ਹੈ ਅਤੇ ਇਹਨੂੰ ਦੁਨੀਆ ਦੀ ਲੋੜ ਕੀ ਹੈ? ਕੀ ਲੈਣਾ ਦੁਨੀਆ ਤੋਂ? ਅਤੇ ਜੇ ਇਹਨੂੰ ਦੁਨੀਆ ਦੀ ਲੋੜ ਹੈ, ਦੁਨੀਆ ਦੀਆਂ ਚੀਜ਼ਾਂ ਤਾਂ ਫਿਰ ਵੱਧਦੀਆਂ ਘਟਦੀਆਂ ਰਹਿਣਗੀਆਂ, ਫਿਰ ਨਹੀਂ ਇਹਨੂੰ ਕਦੀ ਸੁੱਖ ਹੋ ਸਕਦਾ। ਇਸ ਕਰਕੇ ਪਹਿਲਾਂ ਸਤਿਗੁਰਾਂ ਨਾਲ ਪਿਆਰ ਬਣੇ, ਉਹ ਚੀਜ਼ ਬਣੇ ਅਤੇ ਸਾਰੀਆਂ ਦੁਨੀਆ ਦੀਆਂ ਦੌਲਤਾਂ ਇਹਦੇ ਪਿੱਛੇ ਦੌੜਨਗੀਆਂ। ਕਈ ਵਾਰ ਸਤਿਗੁਰਾਂ ਨੇ ਫਰਮਾਇਆ ਕਿ ਬਈ 33 ਕਰੋੜ ਦੇਵੀ ਦੇਵਤੇ ਜਿਹੜੇ ਨੇ ਹੱਥ ਬੰਨ੍ਹ ਕੇ ਇਹਦੇ ਅੱਗੇ ਖੜ੍ਹੇ ਹੋ ਜਾਂਦੇ ਨੇ ਜਦੋਂ ਇਹ ਗੁਰੂ ਦੇ ਰਸਤੇ 'ਤੇ ਚੱਲ ਪੈਂਦਾ ਹੈ। ਇਹਦੇ ਪਿੱਛੇ ਪਿੱਛੇ ਦੌੜਦੇ ਨੇ। ਕਿਸੇ ਪਾਸੇ ਚੱਲੇ ਤਾਂ ਸਹੀ। ਕਈ ਤੁਸੀਂ ਖਬਰਾਂ ਪੜ੍ਹਦੇ ਹੋ, ਦੇਖਦੇ ਹੋ, ਕਈ ਐਸੇ ਸ਼ਾਹੂਕਾਰ ਨੇ, ਬੜੀ ਬੜੀ ਦੌਲਤ ਹੈ, ਉਹ ਕਿਤੇ ਨਾ ਕਿਤੇ ਕੁਛ ਉਹ ਸੰਕਲਪ ਐਸਾ ਲੈ ਕੇ ਕੋਈ ਨਾ ਕੋਈ ਕਿਤੇ ਖਰਚ ਕਰੀ ਜਾਂਦੇ ਨੇ, ਕੋਈ ਲੰਗਰ ਲਾਈ ਜਾਂਦਾ, ਕੋਈ ਦਈ ਜਾਂਦਾ ਹੈ, ਉਹ ਤਾਂ ਵੀ ਨਹੀਂ ਮੁੱਕਦੀ ਉਹਨਾਂ ਕੋਲ। ਕਿਉਂਕਿ ਜਿਹੜੇ ਪਾਸੇ ਪੈ ਗਏ ਨੇ ਹੁਣ ਕਰਦੇ ਸਾਰੇ ਦੇਵੀ ਦੇਵਤੇ ਜਿਹੜੇ ਕਹਿੰਦੇ ਉਹ ਮਗਰ ਹੋ ਜਾਂਦੇ ਆ ਕਿ ਕਿਉਂਕਿ ਉਹ ਵੀ ਚਾਹੁੰਦੇ ਨੇ ਕਿ ਸਾਡੀ ਮੁਕਤੀ ਹੋਵੇ। ਗੁਰੂ ਦੀ ਸੇਵਾ ਦੇ ਵਿੱਚ, ਗੁਰੂ ਦੀ ਉਸ ਚੀਜ਼ ਦੇ ਵਿੱਚ ਹਰ ਕੋਈ ਲੱਗਣਾ ਚਾਹੁੰਦਾ ਹੈ। ਪਰ ਜਿਹਨੂੰ ਅੱਖ ਮਿਲ ਗਈ ਉਹ ਤਾਂ ਚਾਹੁੰਦਾ ਹੈ, ਜਿਹਨੂੰ ਨਹੀਂ ਪਤਾ ਲੱਗਾ ਉਹਨੂੰ ਨਹੀਂ ਕੋਈ। ਇਸ ਕਰਕੇ ਸਭ ਤੋਂ ਮੇਨ ਚੀਜ਼ ਕੀ ਹੈ? ਭਗਤੀ। ਕਿਉਂਕਿ ਜਿਨ ਜਿਨ ਗੁਰ ਭਗਤੀ ਧਾਰੀ, ਸੋ ਪਹੁੰਚੇ ਨਿਜ ਦਰਬਾਰੀ। ਨਿਜ ਦਰਬਾਰ ਆਪਣਾ ਜਿਸ ਘਰ 'ਚੋਂ ਰੂਹ ਵਿਛੜੀ ਹੈ ਉੱਥੇ ਪਹੁੰਚ ਜਾਏਗੀ, ਫਿਰ ਇਹਨੂੰ ਕੋਈ ਡਾਵਾਂ ਡੋਲੀ ਨਹੀਂ ਰਹੇਗੀ। ਇਸ ਕਰਕੇ ਸਤਿਗੁਰ ਦਇਆ ਕਿਰਪਾ ਕਰਨ, ਇੰਨਾ ਭਰੋਸਾ ਬਣੇ
कि जो उन्होंने फरमाया है कि सतगुर का करो भरोसा, फिर ना करो कुछ अफसोसा। सतगुर का नाम पुकारो, सतगुर को हीरे धारो। सतगुरां दा नाम हमेशा हिरदे च वसिया रहे। होर ठीक है, बड़े नाम ने, इत्थे मैं कई बार दस्सिया है, ਧੀਆਂ पुत्र जवाई ਧੀਆਂ वा होर बड़े रिश्ते नाते हैगे ने, सारे ही बड़े प्यारे ने, पर रहन वाला जिहड़ा इक्को ही चीज़ है, वो इक्को ही नाम है। वो नाम ना विसरे तो बई बाकी भी सारिਆਂ ਨਾਲ ਇਹਦੀ ਨਿਭ ਜਾਏਗੀ। तो जे गुरु वालों टुटी तो फिर कोई भी बाकियां नाल हो भी गई तो कोई वड्डी गल नहीं, कुछ नहीं। तो सतगुर दया किरपा करन, सब नूं अपना भाव भरोसा प्यार बख्शण, ਤਾਂ ਜੋ ਅਸੀਂ ਇਸ ਜੀਵਨ ਦੇ ਵਿੱਚ ਉਹਨਾਂ ਫਰਮਾਇਆ ਕਿ ਗੋਬਿੰਦ ਮਿਲਣ ਕੀ ਇਹੋ ਤੇਰੀ ਵਾਰੀ ਆ। ਇਹ ਜਿਹੜਾ ਕੰਮ ਸਭ ਤੋਂ ਪਹਿਲਾਂ ਆ, ਬਾਕੀ ਕੰਮ ਤੇ ਬਈ ਕੋਈ ਰੁਕਣੇ ਨਹੀਂ ਹੈਗੇ, ਸਭ ਚੱਲਣੇ ਨੇ, ਸਤਿਗੁਰਾਂ ਦੇ ਆਨਾ ਹੋਣੇ ਨੇ, ਸਭ ਪਹਿਲਾਂ ਹੀ ਸਭ ਕੁਝ ਨਿਯੁਕਤ ਕੀਤਾ ਗਿਆ ਹੈ। ਸਤਿਗੁਰ ਕਿਰਪਾ ਕਰਨ, ਦਇਆ ਕਰਨ, ਆਪਣਾ ਭਾਵ ਭਰੋਸਾ ਪਿਆਰ ਬਖਸ਼ਣ, ਤਾਂ ਜੋ ਅਸੀਂ ਟਾਈਮ ਤੋਂ ਫਾਇਦਾ ਉਠਾ ਸਕੀਏ। ਰਾਧਾ ਸੁਆਮੀ ਜੀ, ਰਾਧਾ ਸੁਆਮੀ।